ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚੇ ਜੀਵਾਹੇ। ਕਾਟੇ ਕਸ਼ਟ ਪੂਰੇ ਗੁਰਦੇਵ, सेवक को देनी अपनी सेव। काटे कष्ट पूरे गुरुदेव, सेवक को देनी अपनी सेव। परम सत्कारयोग गुरु स्वरूप गुरु साध संगत जियो। हाज़री प्रवान करनी। वाहिगुरु जी का खालसा वाहिगुरु जी की फतेह। निरंकार सच्चे पातशाह धन धन गुरु अर्जन देव महाराज सच्चे पातशाह जी अपने उत्ते कृपा कर रहे हैं। ये कृपा का सदका जो माझ राग चल रहा है, जिसकी अज शुरुआत 101 अंग तो धन गुरु निरंकार जो अपन उपदेश दिंदे ने उस दे नाल शुरुआत होनी है। सतगुर सच्चे पातशाह दे कोल वखरे वखरे जीव होर श्रेणियां वाले भी बहुत आया करते सन। जो उन्हां दे मन दे विच शंका हुंदी सी, वो सारियां शंका निवृत्त करने वास्ते सतगुरां दे नाल वो प्रश्न उत्तर भी करया करते सन। दयालु कृपालु गहर गंभीर सतगुरु धन धन गुरु अर्जन देव महाराज सच्चे पातशाह जी हर प्राणी की शंका निवृत्त करके उस नूं परमात्मा अकाल पुरख एक वाहिगुरु सर्व व्यापक का ज्ञान दिंदे। सतगुर सच्चे पातशाह जी इसे ही तरह अज इस संसार नूं भी ना इत्थे किसी जात नूं देखते ने, ना इत्थे अमीरी गरीबी देखते ने, ना इत्थे माड़ा चंगा देखते ने। सतगुर सच्चे पातशाह जी सारिਆਂ ਨੂੰ एक तरह एक टका ਦੇ ਵਿੱਚ ਸਾਂਝਾ ਉਪਦੇਸ਼ ਦਿੰਦੇ ਹਨ। आओ गुरु निरंकार कृपा करे ਅੱਜ ਦੀ ਵੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਆਪ ਜੀ ਨੇ ਪ੍ਰਵਾਨ ਕਰ ਲੈਣੀ। माज महला पंजवा। निद सिद रिद हर 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 मेरा, जन्म पदार्थ गहर गंभीरा। कुछ जोगियां दियां इत्थे टोलियां इकट्ठियां होके आईयां सतगुर सच्चे पातशाह दे कोल। उन्होंने जिसले ज्ञान सुनिया, उन्होंने जिसले सुनिया भी ये निरंकार दी जिहड़ी गद्दी है, सतगुर सच्चे पातशाह दा जिहड़ा ये स्थान है, इत्थे बड़ियां बरकतां वरस रहियां ने, अमृत वरस रहा है। ये क्योंकि सतगुर सच्चे पातशाह नूं आण के अपने विच रलाउण वास्ते इन्हां ने बड़े हीले वसीले कीते। कल्ले जोगियां ने, सिद्ध भी आए, तपी भी आए, होर भी अनेकां तरह के श्रेणियां दे लोग इत्थे आए भी किसी ना किसी तरह ये गुरु नानक की गद्दी साडे अधीन हो जावे ते साडी उपमा इदो संसार दे उत्ते घनेरे होनी शुरू हो जावे, बहुत होनी शुरू हो जावे। इसे तरह ही ये जिहड़े जोगी जोग मत वाले सन, जिसले सतगुर सच्चे पातशाह दे चरनां दे विच आए, आण के आखण लगे, निरंकार नूं आखण लगे भी तुसीं साडे जिहड़ा साडी श्रेणी है जां जिहड़ा साडा फिरका है, ਇਹਦੇ ਵਿੱਚ ਤੁਸੀਂ ਆਣ ਕੇ ਰਲ ਜਾਵੋ, ਇਹਦੇ ਵਿੱਚ ਤੁਸੀਂ ਆ ਕੇ ਮਿਲ ਜਾਵੋ ਤੇ ਅਸੀਂ ਤੁਹਾਨੂੰ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਰਿੱਧੀਆਂ ਸਦੀਆਂ ਤੇ ਹਰ ਸੰਸਾਰ ਦੀ ਧਨ ਦੌਲਤ ਉਸੇ ਵੇਲੇ ਹੀ ਅਸੀਂ ਆਪ ਜੀ ਨੂੰ ਦੇ ਦੇਵਾਂਗੇ ਵੀ ਅਸੀਂ ਐਡੇ ਸ਼ਕਤੀਮਾਨ ਹਾਂ। ਜਿਸ ਉਹਨਾਂ ਨੇ ਇਹ ਗੱਲ ਕੀਤੀ ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇਖਿਆ ਵੀ ਇਹ ਬੜੇ ਤਕੜੇ हौमे दे नाल भरे हुए ने, बड़े हंकारी ने, भी इन्हों ऐसा ज्ञान दिता जाए कि इन्हों का मन शीतल हो जाए। सतगुरां ने पूछा भी जिहड़ियां रिधियां सिद्धियां तुहाडे कोल ने
ਕਿ ਉਹਨਾਂ ਰਿਧੀਆਂ ਸਿੱਧੀਆਂ ਜਾਂ ਸੰਸਾਰ ਦੇ ਜਿਹੜੇ ਖਜ਼ਾਨੇ ਤੁਸੀਂ ਧਨ ਦੌਲਤ ਦੇ ਆਖ ਰਹੇ ਹੋ, ਉਹਨਾਂ ਦੇ ਨਾਲ ਕੀ ਤੁਹਾਨੂੰ ਪਤੀ ਪ੍ਰਮਾਤਮਾ ਦੇ ਦਰਸ਼ਨ ਹੋ ਗਏ, ਕੀ ਤੁਹਾਨੂੰ ਉਹ ਭਗਵਾਨ ਪਦਾਰਥ ਲੱਭ ਪਿਆ? ਤੇ ਆਖਣ ਲੱਗੇ ਨਹੀਂ, ਸਾਨੂੰ ਉਹਦੀ ਜ਼ਰੂਰਤ ਨਹੀਂ, ਅਸੀਂ ਖੁਦ ਹੀ ਉਹਦਾ ਰੂਪ ਹਾਂ। ਤੇ ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਖਦੇ ਨੇ ਨਿੱਧ ਸਿੱਧ ਰਿੱਧ ਹਰ 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 ਮੇਰੇ, ਕਹਿੰਦੇ ਹੇ ਜੋਗਿਓ ਜੀ ਆਇਆਂ ਨੂੰ ਇਹਦੂ ਜਗ੍ਹਾ ਦੇ ਉੱਤੇ, ਪਰ ਸੁਣੋ ਹੁਣ ਮੇਰੇ ਪਾਸ ਕੀ ਹੈ। ਭਾਵੇਂ ਅਕਾਲ ਪੁਰਖ ਰੂਪ ਆਪ ਨੇ, ਪਰ ਇਸ ਸੰਸਾਰ ਦੇ ਉੱਤੇ ਸਰਗੁਣ ਸਰੂਪ ਹੋ ਕੇ ਇਹ ਗਿਆਨ ਦੇ ਰਹੇ ਨੇ ਆਪਾਂ ਨੂੰ। ਕਹਿ ਰਹੇ ਨੇ 9 ਨਿਧੀਆਂ, ਨਿੱਧ ਤੇ ਸਿੱਧ, ਜਿਹੜੇ ਕਿ ਆਤਮਿਕ ਤਾਕਤਾਂ ਜਿਹਨਾਂ ਨੂੰ ਅਸੀਂ 18 ਸਿੱਧੀਆਂ ਆਖਦੇ ਹਾਂ। ਤੇ ਰਿੱਧ, ਰਿੱਧ ਕਹਿੰਦੇ ਨੇ ਸਾਰੀ ਧਨ ਦੌਲਤ, ਬਹੁਤ ਵੱਡੇ ਵੱਡੇ ਖਜ਼ਾਨੇ। ਕਹਿੰਦੇ ਇਹ 9 ਨਿਧੀਆਂ 18 ਸਿੱਧੀਆਂ ਤੇ ਸਾਰੇ ਸੰਸਾਰ ਦੇ ਖਜ਼ਾਨੇ ਮੇਰੇ ਕੋਲ ਹਨ। ਕਾਰਨ ਕਿ ਮੇਰਾ ਪ੍ਰੀਤਮ, ਮੇਰਾ ਵਾਹਿਗੁਰੂ ਮੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਤੇ ਜਿਹਦੇ ਕਾਰਨ ਕਰਕੇ ਜਨਮ ਪਦਾਰਥ ਗਹਿਰ ਗੰਭੀਰੇ, ਮੈਂ ਇਹ ਜਨਮ ਦਾ ਪਦਾਰਥ, ਜਨਮ ਦਾ ਮਤਲਬ ਇਹ ਮਨੁੱਖਾ ਦੇ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਮੈਂ ਇਹ ਪਦਾਰਥ ਵੀ ਮੈਨੂੰ ਉਹਦੀ ਰਹਿਮਤ ਦੇ ਨਾਲ ਮਿਲਿਆ। ਕੋਈ ਦੀ ਰਹਿਮਤ ਦੇ ਨਾਲ ਜਿਹੜਾ ਗਹਿਰ ਹੈ, ਗਹਿਰ ਦਾ ਮਤਲਬ ਹੁੰਦਾ ਪਰ ਜਿਹੜਾ ਬਹੁਤ ਵੱਡੇ ਜਿਗਰੇ ਵਾਲਾ ਹੋਵੇ, ਬਹੁਤ ਡੂੰਘਾ ਹੋਵੇ, ਤੇ ਗੰਭੀਰ ਜਿਹਦੀ ਸੋਚ ਹੀ ਏਡੀ ਉੱਚੀ ਹੋਵੇ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਲੱਖ ਕੋਟ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਓ। ਜੋਗਿਓ ਤੁਸੀਂ ਤਾਂ ਆਹ ਕੁਛ 9 ਨਿਧੀਆਂ 18 ਸਿੱਧੀਆਂ ਤੇ ਕੁਝ ਮਾਇਆ ਦੇ ਪਦਾਰਥਾਂ ਦੀ ਗੱਲ ਕੀਤੀ ਆ। ਕਹਿੰਦੇ ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕੇ ਬੈਠ ਜਾਂਦਾ ਹੈ, ਸਤਿਗੁਰ ਦੇ ਚਰਨਾਂ ਦੇ ਨਾਲ ਪਿਆਰ ਪਾ ਲੈਂਦਾ ਨਾ, ਕਹਿੰਦੇ ਲੱਖ ਕੋਟ ਲੱਖਾਂ ਕਰੋੜਾਂ ਖੁਸ਼ੀਆਂ ਦੇ ਖਜ਼ਾਨੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਆਪਣੇ ਪਿਆਰੇ ਨੂੰ ਦੇ ਦਿੰਦੇ ਨੇ। ਜਿਹੜਾ ਰੰਗ ਰਾਵੇ, ਜਿਹੜਾ ਪ੍ਰੀਤਮ ਦੇ ਚਰਨੀ ਲੱਗ ਕੇ ਉਹਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਉਹ ਕਹਿੰਦੇ ਆਤਮਿਕ ਖੁਸ਼ੀ ਹੀ ਇਕੱਲੀ ਨਹੀਂ, ਉਹਦਾ ਜੀਵਨ ਵੀ ਆਨੰਦਮਈ ਬਣ ਜਾਂਦਾ ਹੈ, ਆਨੰਦ ਦਾ ਜੀਵਨ ਮਾਣਦਾ ਹੈ। ਦਰਸ਼ਨ ਪੇਖਤ ਭਏ ਪੁਨੀਤਾ, ਸਗਲ ਉਧਾਰੇ ਪਾਈ ਮੀਤਾ। ਮੇਰਾ ਵਾਹਿਗੁਰੂ ਪ੍ਰੀਤਮ ਇਸ ਤਰ੍ਹਾਂ ਦਾ ਹੈ ਕਿ ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਦਾ, ਮੇਰਾ ਮਨ ਤਨ ਜਿਹੜਾ ਹੈ ਨਾ, ਉਹ ਠੰਡਾ ਹੋ ਜਾਂਦਾ, ਸੀਤਲ ਹੋ ਜਾਂਦਾ ਹੈ, ਔਰ ਉਹ ਪਵਿੱਤਰ ਹੋ ਜਾਂਦਾ ਹੈ। ਸਾਰੇ ਵਿਕਾਰ ਉਸ ਵੇਲੇ ਮੇਰੇ ਅੰਦਰੋਂ ਦੂਰ ਹੋ ਜਾਂਦੇ ਨੇ। ਸਗਲ ਉਧਾਰੇ ਭਾਈ ਮੀਤਾ, ਜਿਸ ਦੀ ਕਿਰਪਾ ਦੇ ਨਾਲ ਮੈਂ ਇਕੱਲਾ ਹੀ ਨਹੀਂ ਸੰਸਾਰ ਤੋਂ ਮੋਖ ਪ੍ਰਾਪਤ ਕਰਕੇ ਜਾਂਦਾ, ਮੇਰੇ ਭਾਈ ਮਿੱਤਰ ਵੀ ਜਿਹੜੇ ਨੇ ਉਸ ਨਿਰੰਕਾਰ ਦੀ ਕਿਰਪਾ ਦੇ ਨਾਲ ਇਥੋਂ ਉਹ ਵੀ ਉਸ ਦੀ ਆਰਾਧਨਾ ਕਰ ਕਰਕੇ ਇਸ ਸੰਸਾਰ ਤੋਂ ਮੋਖ ਪ੍ਰਾਪਤ ਕਰਕੇ ਜਾਂਦੇ ਹਨ। ਅਗਮ ਅਗੋਚਰ ਸੁਆਮੀ ਆਪਣਾ, ਗੁਰ ਕਿਰਪਾ ਤੇ ਸਚ ਧਿਆਈ ਜੀਓ। ਜੋਗਿਓ ਉਹ ਅਗੰਮ ਹੈ। ਅਗੰਮ ਦਾ ਮਤਲਬ ਹੁੰਦਾ ਜਿਹੜੇ ਕਿ ਜਿੱਥੇ ਸਾਡੇ ਗਿਆਨ ਦੇ ਅੰਦਰੇ ਨਹੀਂ ਪਹੁੰਚਾ ਸਕਦੇ, ਸਾਨੂੰ ਪਹੁੰਚ ਨਹੀਂ ਸਕਦੇ ਅਸੀਂ। ਅਗੋਚਰ ਜਿਸ ਤੇ ਅਗੰਮ ਦਾ ਮਤਲਬ ਹੁੰਦਾ ਅਪਹੁੰਚ, ਜਿੱਥੇ ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ ਸਾਡੇ ਜਿੱਥੇ ਗਿਆਨ ਦੇ ਅੰਦਰੇ ਫੇਲ ਹੋ ਜਾਂਦੇ ਨੇ, ਕੰਮ ਨਹੀਂ, ਉਹ ਗਿਆਨ ਦੇ ਅੰਦਰਾਂ ਦੇ ਨਾਲ ਅਸੀਂ ਉੱਥੇ ਨਹੀਂ ਪਹੁੰਚ ਸਕਦੇ। ਇਸ ਕਰਕੇ ਜਾਂ ਆਪਾਂ ਵੀ ਕਹਿ ਸਕਦੇ ਅਗੰਮ, ਜਿਹਨੂੰ ਉਹ ਜਿਹੜਾ ਬੇਪਰਵਾਹ ਹੈ, ਜਿਸ ਨੂੰ ਕਿਸੇ ਤਰ੍ਹਾਂ ਦੀ ਤਮਾ ਨਹੀਂ ਹੈ। ਅਗੋਚਰ ਸਭ ਤੋਂ ਉੱਚਾ ਸੁੱਚਾ ਗਹਿਰ ਗੰਭੀਰ ਉਹ ਨਿਰੰਕਾਰ ਹੈ। ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀ। ਮੇਰਾ ਸਵਾਮੀ ਅਕਾਲ ਪੁਰਖ ਇਸ ਤਰ੍ਹਾਂ ਦਾ ਹੈ, ਜਿਹਦੀ ਕਿਰਪਾ ਦੇ ਨਾਲ ਮੈਂ ਸੱਚ ਨਾਮ, ਉਹ ਸੱਚ ਸ਼ਬਦ ਦੀ ਆਰਾਧਨਾ ਕਰਦਾ ਹਾਂ। ਉਸ ਸਦਾ ਰਹਿਣ ਵਾਲਾ ਜੋ ਸ਼ਬਦ ਹੈ, ਮੈਂ ਉਸ ਨੂੰ ਜਪਦਾ ਹਾਂ। ਜਾ ਕੋ ਖੋਜੈ ਸਰਬ ਉਪਾਏ, ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ। ਜਿੰਨੇ ਵੀ ਸੰਸਾਰ ਦੇ ਉੱਤੇ ਉਹਨੇ ਆਪਣੀ ਸ਼ਕਤੀ ਦੇ ਨਾਲ ਆਪਣੀ ਕੁਦਰਤ ਬਣਾਈ ਹੋਈ ਹੈ, ਕਾਦਰ ਦੀ ਕੁਦਰਤ ਹੈ, ਉਹ ਸਾਰੇ ਹੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਅਕਾਲ ਪੁਰਖ ਨੂੰ ਟੋਲਦੇ ਹਨ, ਖੋਜਦੇ ਹਨ। ਪਰ ਕੋਈ ਸੰਸਾਰ ਦੇ ਉੱਤੇ ਵਿਰਲਾ ਹੈ ਭਾਈ, ਵੱਡੇ ਭਾਗਾਂ ਵਾਲਾ, ਜਿਹੜਾ ਨਿਰੰਕਾਰ ਦੀ ਰਜ਼ਾ ਨੂੰ ਪਛਾਣ ਕੇ ਹੁਕਮ ਨੂੰ ਪਛਾਣ ਲੈਂਦਾ ਹੈ,
ਉਹ ਫਿਰ ਉਸ ਪ੍ਰੀਤਮ ਦੇ ਦਰਸ਼ਨ ਪਾ ਲੈਂਦਾ ਹੈ। ਊਚ ਅਪਾਰ ਅਗੋਚਰ ਥਾਨਾ, ਉਹ ਮਹਲ ਗੁਰੂ ਦਿਖਾਈ ਜੀਓ। ਉਹ ਮਹਲ, ਉਹ ਅਸਥਾਨ, ਸੱਚਖੰਡ ਵਸੇ ਨਿਰੰਕਾਰ ਵਾਲਾ ਜਿਹੜਾ ਅਸਥਾਨ ਹੈ, ਕਹਿੰਦੇ ਉਹ ਵੱਡੇ ਭਾਗਾਂ ਵਾਲਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਮਹਲ ਦੇ ਦਰਸ਼ਨ ਕਰਾ ਦਿੰਦੇ ਨੇ। ਕਿਹੜਾ ਮਹਲ? ਜਿਹੜਾ ਬਹੁਤ ਉੱਚਾ ਹੈ, ਜਿਸ ਬਾਰੇ ਸਾਡੀ ਮਤ ਸੋਚ ਵੀ ਨਹੀਂ ਸਕਦੀ। ਅਪਾਰ ਅਗੋਚਰ, ਉੱਚੀ ਹਸਤੀ ਵਾਲਾ ਪ੍ਰੀਤਮ, ਜਿਸ ਦਾ ਅਸੀਂ ਗੁਣਾਂ ਦਾ ਜਾਂ ਆਦਿ ਤੇ ਅੰਤ ਨਹੀਂ ਪਾ ਸਕਦੇ। ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਵਡਭਾਗੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਦਰਸ਼ਨ ਦਿੰਦੇ ਨੇ, ਉਸ ਮਹਲ ਦੇ ਵਿੱਚ ਉਹ ਮਹਲ ਉਹ ਸਹੀ ਟਿਕਾਣਾ ਦਿਖਾ ਦਿੰਦੇ ਹਨ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਹਿਰਦੈ ਵਸੇਰਾ। ਉਹ ਅਕਾਲ ਪੁਰਖ ਨਿਰੰਕਾਰ ਗਹਿਰ ਵੱਡੇ ਜਿਗਰੇ ਵਾਲਾ, ਜਿਸ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਤਮਾ ਨਹੀਂ ਹੈ। ਗੰਭੀਰ, ਬਹੁਤ ਡੂੰਘਾ, ਆਤਮਿਕ ਦੇ ਜੀਵਨ ਦੇਣ ਵਾਲਾ। ਔਰ ਉਹ ਜਿਹੜਾ ਵਾਹਿਗੁਰੂ ਹੈ ਇਸ ਤਰ੍ਹਾਂ ਦਾ ਆ, ਕਹਿੰਦੇ ਵੀ ਉਹ ਗਹਿਰ ਵੀ ਹੈ, ਵੱਡੇ ਜਿਗਰੇ ਵਾਲਾ ਵੀ ਹੈ, ਗੰਭੀਰ ਵੀ ਹੈ, ਬੜਾ ਡੂੰਘੀ ਸੋਚ ਵਾਲਾ ਹੈ। ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਉਹਦਾ ਜਿਹੜਾ ਨਾਮ ਹੈ ਭਾਈ ਉਹ ਅੰਮ੍ਰਿਤ ਹੈ, ਸਦਾ ਹੀ ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਹੈ। ਮੁਕਤ ਭਇਆ ਜਿਸ ਹਿਰਦੇ ਵਸੇਰਾ, ਕਹਿੰਦੇ ਉਹ ਜੀਵ ਇਸ ਸੰਸਾਰ ਤੋਂ ਮੁਕਤੀ ਦਾ ਪਦਾਰਥ, ਜਨਮ ਮਰਨ ਖਤਮ ਕਰਕੇ ਸੰਸਾਰ ਤੋਂ ਜਾਂਦਾ ਹੈ। ਕੌਣ? ਜਿਸ ਦੇ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਸ ਗਿਆ। ਗੁਰਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿਜ ਸਮਾਈ ਜੀਓ। ਨਿਰੰਕਾਰ ਵਾਹਿਗੁਰੂ ਕਿਰਪਾ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਵਸ ਜਾਂਦਾ ਆਣ ਕੇ ਅਕਾਲ ਪੁਰਖ, ਜਿਨ੍ਹਾਂ ਤੇ ਕਿਰਪਾ ਕਰ ਦਿੰਦਾ, ਜਿਨ੍ਹਾਂ ਨੂੰ ਦਰਸ਼ਨ ਦੇ ਦਿੰਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਟਿਕ ਜਾਂਦਾ ਆਣ ਕੇ, ਉਹਨਾਂ ਦੀ ਸਾਰੇ ਮਨ ਦੀ ਭਟਕਣਾ ਖਤਮ ਕਰ ਦਿੰਦੇ ਨੇ। ਗੁਰੂ ਜੀ ਕਹਿੰਦੇ ਨੇ ਵੀ ਉਹ ਕੀ ਕਰਦੇ ਨੇ? ਗੁਰੂ ਬੰਧਨ ਤਿਨਕੇ ਸਗਲੇ ਕਾਟੇ, ਸਾਰੇ ਬੰਧਨ ਉਹਨਾਂ ਦੇ ਜਿਹੜੇ ਸਾਰੇ ਭਰਮ ਨੇ ਉਹ ਸਾਰਿਆਂ ਦਾ ਨਾਸ਼ ਕਰ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਜਿਨ੍ਹਾਂ ਦੇ ਅੰਦਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਾ ਨਾਮ ਆਣ ਕੇ ਟਿਕ ਗਿਆ, ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅਡੋਲਤਾ ਦੇ ਵਿੱਚ ਲੀਨ ਰਹਿੰਦੇ ਹਨ। ਉਹ ਆਨੰਦ ਦੇ ਵਿੱਚ ਰਹਿੰਦੇ ਨੇ, ਸੰਤੋਖੀ ਬਣ ਜਾਂਦੇ ਹਨ। ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ। ਭਾਈ ਸੰਸਾਰ ਦੇ ਜੀਵੋ, ਇਹ ਤੁਸੀਂ ਉਸ ਅਕਾਲ ਪੁਰਖ ਦਾ ਨਾਮ ਵੀ ਹਰ ਕੋਈ ਧਿਆਨ ਨਹੀਂ ਸਕਦਾ। ਉਹੀ ਭਾਈ ਧਿਆਨ ਸਕਦਾ ਹੈ ਜਿਹਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ। ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੀ ਚੀਜ਼ ਨੂੰ ਐਨ ਚੰਗੀ ਤਰ੍ਹਾਂ ਸੰਸਾਰ ਨੂੰ ਗਿਆਨ ਦਿੱਤਾ। ਗੁਰੂ ਕੀ ਸੰਗਤ ਜੀ, ਤੁਸੀਂ ਅਨੁਭਵ ਕੀਤਾ ਹੋਵੇਗਾ ਜਦੋਂ ਦਾ ਇਹ ਮਾਝ ਰਾਗ ਚੱਲ ਰਿਹਾ ਹੈ, ਜਾਂ ਜਿਹੜੇ ਗੁਰਮੁਖ ਪਿਆਰੇ ਰੋਜ਼ ਸਹਿਜ ਪਾਠ ਰੱਖੇ ਹੋਏ ਹੁੰਦੇ ਨੇ, ਅਖੰਡ ਪਾਠਾਂ ਦੀਆਂ ਰੋਲਾਂ ਲਾਉਂਦੇ ਨੇ, ਨਿਰੰਕਾਰ ਦੀ ਬੜੀ ਕਿਰਪਾ ਉਹਨਾਂ ਦੇ ਉੱਤੇ, ਕਥਾ ਕੀਰਤਨ ਦੇ ਨਾਲ ਵੀ ਜੁੜੇ ਹੁੰਦੇ ਹੋ, ਤੁਸੀਂ ਅਨੁਭਵ ਕੀਤਾ। ਇਹ ਮਾਝ ਰਾਗ ਜਿਹੜਾ ਹੈ, ਮਾਝ ਰਾਗ ਦੇ ਵਿੱਚ ਦੋ ਚੀਜ਼ਾਂ ਗੁਰੂ ਨਿਰੰਕਾਰ ਨੇ ਮੁੱਖ ਰੱਖੀਆਂ ਨੇ। ਇੱਕ ਤਾਂ ਉਹ ਅਕਾਲ ਪੁਰਖ ਦੀ ਹੋਂਦ ਸਾਨੂੰ ਵਾਰ-ਵਾਰ ਯਾਦ ਕਰਵਾਈ ਹੈ, ਤੇ ਦੂਸਰਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਕਿੱਡੀ ਵੱਡੀ ਤੇ ਉੱਚੀ ਤੇ ਸੁੱਚੀ ਹੈ। ਸੋ ਇੱਥੇ ਵਾਰ-ਵਾਰ ਸਾਨੂੰ ਸਮਝਾਉਂਦੇ ਨੇ ਵੀ ਭਾਈ ਤੂੰ ਜਨ ਬਣ ਕੇ ਨੀਵਾਂ ਹੋ ਕੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਆ ਜਾਏਗਾ ਤੇ ਸਾਰੇ ਪਦਾਰਥ ਉਹਦੇ ਕੋਲ ਪਾ ਲਓਗੇ। ਔਰ ਸਭ ਤੋਂ ਵੱਡਾ ਪਦਾਰਥ ਹੈ ਨਾਮ ਦਾ, ਉਹ ਸ਼ਬਦ ਦਾ, ਜਿਹਦੇ ਵਾਸਤੇ ਅਸੀਂ ਬੇਅੰਤ ਵਾਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਸਕੇ ਹਾਂ। ਸਤਿਗੁਰ ਕਹਿੰਦੇ ਨੇ ਕਿ ਗੁਰੂ ਦੀ ਨਿਰੰਕਾਰ ਦੀ ਕਿਰਪਾ ਤੋਂ ਬਗੈਰ ਉਹ ਨਾਮ ਵੀ ਨਹੀਂ ਧਿਆਇਆ ਜਾ ਸਕਦਾ। ਉਹ ਨਾਮ ਅਰਾਧੇ ਜਾਂ ਧਿਆਉਂਦੇ ਜਾਂ ਉਸ ਨਾਮ ਨੂੰ ਹਿਰਦੇ ਦੇ ਵਿੱਚ ਟਿਕਾਉਂਦੇ ਉਹ ਨੇ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਨਿਰੰਕਾਰ ਦੀ ਕਿਰਪਾ ਹੁੰਦੀ ਹੈ। ਪ੍ਰਭੂ ਦਇਆ ਤੇ ਮੰਗਲ ਗਾਇਆ, ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਕਿਰਪਾ ਦੇ ਨਾਲ ਮੈਂ ਸਦਾ ਆਨੰਦ ਦੇ ਗੀਤ, ਸਿਫਤ ਸਲਾਹ ਦੇ ਗੀਤ, ਸਿਫਤ ਸਲਾਹ ਹੀ ਉਸ ਪ੍ਰਮਾਤਮਾ ਦੀ ਕਰਦਾ ਹਾਂ। ਉਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰ ਦਾ ਜੀਓ। ਸੰਸਾਰ ਦੇ ਜੀਵੋ, ਉਠਤ ਬੈਠਤ ਸੋਵਤ, ਇਹ ਤਿੰਨ ਸਾਡੀਆਂ ਅਵਸਥਾ ਨੇ। ਉੱਠ ਕੇ ਤੁਰਦੇ ਫਿਰਦੇ ਹਾਂ ਆਪਾਂ,
ਬੈਠ ਤੇ ਜਦੋਂ ਇੱਕ ਆਸਣ ਇੱਕ ਟਿਕਾਣੇ ਤੇ ਬਹਿ ਜਾਂਦੇ ਹਾਂ ਤੇ ਜਿਸਲੇ ਸੋਵਤ ਜਿਸਲੇ ਅਸੀਂ ਸੁੱਤੇ ਹੁੰਦੇ ਹਾਂ ਜਾਂ ਅਸੀਂ ਸੁਪਨ ਦੁਨੀਆ ਦੇ ਵਿੱਚ ਹੁੰਦੇ ਹਾਂ ਤੇ ਜਾਗਤ ਜਦੋਂ ਸੁਪਨੇ ਦੀ ਦੁਨੀਆ ਦੇ ਵਿੱਚੋਂ ਉੱਠਦੇ ਹਾਂ। ਜੇ ਆਪਾਂ ਇਸ ਤਰ੍ਹਾਂ ਵੀ ਕਹਿ ਲਈਏ ਵੀ ਜਦੋਂ ਅਸੀਂ ਛੋਟੀ ਮੌਤ ਤੋਂ ਦੁਬਾਰਾ ਜੀਵਨ ਦੇ ਵਿੱਚ ਆਉਂਦੇ ਹਾਂ, ਜਿਸ ਵੇਲੇ ਕਿ ਅੰਮ੍ਰਿਤ ਵੇਲਾ ਹੁੰਦਾ, ਜਿਸ ਵੇਲੇ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਜੁੜਦੇ ਹਾਂ, ਇਹ ਚਾਰੇ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖੀਆਂ ਨੇ। ਕਹਿੰਦੇ ਹਰ ਧਿਆਈਏ ਸਗਲ ਅਵਰਤਾ ਜੀਓ, ਉਸ ਨਿਰੰਕਾਰ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਉਹਦੀ ਰਜ਼ਾ ਦੇ ਵਿੱਚ ਰਹੋ, ਉਹਦੇ ਹੁਕਮ ਦੇ ਵਿੱਚ ਰਹੋ, ਨਾਮ ਉਸ ਦਾ ਧਿਆ ਕੇ ਜਾਂ ਕਿਸੇ ਹੋਰ ਰੂਪੀ ਦੇ ਵਿੱਚ ਉਸ ਦੀ ਵਡਿਆਈ ਕਰਕੇ ਇਹ ਉੱਠੇ ਦੇ ਬਹਿੰਦੇ ਸੌਂਦੇ ਜਾਗਦੇ ਤੇ ਅਵਰਦਾ ਕਹਿੰਦੇ ਨੇ ਸਾਰੀ ਉਮਰ। ਇਹ ਸਾਰੀ ਉਮਰ ਦਾ ਇੱਕ ਤੁਸੀਂ ਵੱਡਾ ਕਰਮ ਭਾਈ ਬਣਾ ਲਵੋ। ਨਾਮ ਔਖਦ ਮੋਕੋ ਸਾਧੂ ਦੀਆ, ਕਿਲ ਵਿਖ ਕਾਟੇ ਨਿਰਮਲ ਥੀਆ। ਔਖਦ ਕਹਿੰਦੇ ਨੇ ਦਵਾਈ ਨੂੰ, ਕਹਿੰਦੇ ਨਾਮ ਦਾਰੂ ਬਣ ਕੇ ਮੇਰੇ ਉੱਤੇ ਜਿਹਨੇ ਕਿਰਪਾ ਕਰਕੇ ਮੇਰੇ ਸਾਰੇ ਵਿਕਾਰਾਂ ਨੂੰ ਦੂਰ ਕੀਤਾ, ਇਹ ਨਾਮ ਦਾਰੂ ਮੈਨੂੰ ਉਹ ਵਾਹਿਗੁਰੂ ਨੇ ਦਿੱਤਾ, ਸਾਧੂ ਨੇ ਤੇ ਗੁਰੂ ਨੇ ਦਿੱਤਾ, ਉਹ ਨਿਰੰਕਾਰ ਨੇ ਮੈਨੂੰ ਆਪ ਦਿੱਤਾ ਹੈ। ਕਿਲ ਵਿਖ ਕਾਟੇ ਨਿਰਮਲ ਥੀਆ, ਕਹਿੰਦੇ ਫਿਰ ਉਹਨੇ ਸਾਰੇ ਮੇਰੇ ਪਾਪ ਜਿਹੜੇ ਸੀ ਉਹ ਖਤਮ ਕਰ ਦਿੱਤੇ, ਕੱਟ ਦਿੱਤੇ, ਤੇ ਮੇਰਾ ਜਿਹੜਾ ਜੀਵਨ ਹੈ ਉਹ ਬਹੁਤ ਪਵਿੱਤਰ ਹੋ ਗਿਆ ਉਸ ਦੀ ਕਿਰਪਾ ਦੇ ਨਾਲ। ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ। ਕਹਿੰਦੇ ਮੇਰਾ ਜੀਵਨ ਹੁਣ ਆਨੰਦ ਵਾਲਾ ਭਾਈ ਬਣ ਗਿਆ ਹੈ, ਸੁੱਖਾਂ ਦਾ ਭਰਿਆ ਬਣ ਗਿਆ ਹੈ, ਮੇਰੀ ਆਤਮਾ ਹੁਣ ਸੁੱਖ ਤੇ ਆਨੰਦ ਦੇ ਵਿੱਚ ਰਹਿੰਦੀ ਹੈ। ਸਾਰੀਆਂ ਪੀੜਾ, ਸਾਰੇ ਦਰਦ, ਸਾਰੇ ਉਹ ਤੱਤ ਜਿਹੜੇ ਮੈਨੂੰ ਪਰਮਾਤਮਾ ਦਾ ਦੂਰ ਲੈ ਕੇ ਜਾਣੇ ਵਾਲੇ ਸਨ, ਉਹ ਸਾਰੇ ਖਤਮ ਹੋ ਗਏ। ਜਿਹੜੀਆਂ ਮੇਰੇ ਅੰਦਰ ਭਰਮ ਸਨ, ਦੋ ਚਿੱਤੀ ਸੀ, ਮੇਰਾ ਮਨ ਭਟਕਦਾ ਸੀ, ਇਹ ਸਾਰਾ ਕੁਝ ਨਿਰੰਕਾਰ ਦੇ ਸ਼ਬਦ ਦੀ ਐਸੀ ਰਹਿਮਤ ਹੋ ਗਈ। ਇੱਥੇ ਤੱਕ ਇਹ ਸਾਰਾ ਕੁਝ ਕਰਨ ਵਾਲੀ ਜਿਹੜੀ ਹਉਮੈ ਸੀ, ਜਿਹੜੇ ਹਉਮੈ ਸਭ ਤੋਂ ਵੱਡਾ ਰੋਗ ਹੈ, ਉਹ ਵੀ ਮੇਰੇ ਕੋਲੋਂ ਦੂਰ ਹੋ ਗਿਆ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ। ਅੰਗ ਕਹਿੰਦੇ ਨੇ ਜਿਸ ਦਾ ਅੰਗ ਜਿਹਦੇ ਉੱਤੇ ਨਿਰੰਕਾਰ ਕਿਰਪਾ ਕਰਦੇ ਨੇ, ਜਿਹਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਹੀ ਇਸ ਸੰਸਾਰ ਦੇ ਉਤੋਂ ਮੁਕਤ ਪਦਾਰਥ ਪਾ ਕੇ, ਮੋਖ ਪ੍ਰਾਪਤ ਪਾ ਕੇ, ਜੀਵਨ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਨੂੰ ਭਵ ਸਾਗਰ ਨੂੰ ਤਰਦਾ ਹੈ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੌਣ ਡਰਦਾ ਜੀਓ। ਜਿਸ ਨੇ ਉਸ ਸੱਚੇ ਨਿਰੰਕਾਰ ਨੂੰ ਪਹਿਚਾਨ ਲਿਆ, ਸਤਿਗੁਰ ਵੱਲੋਂ ਜੋ ਸਾਨੂੰ ਉਪਦੇਸ਼ ਪ੍ਰਾਪਤ ਹੋਇਆ ਉਹ ਹਾਸਲ ਕਰਕੇ ਉਹ ਸੱਚ ਦਾ ਹੀ ਜੀਵਨ ਬਤੀਤ ਕਰਨਾ ਪਿਆ। ਭਾਈ ਉਹ ਕਿਉਂ ਡਰੂ ਕਿਸੇ ਦੇ ਕੋਲੋਂ? ਉਹਨੂੰ ਤਾਂ ਮੌਤ ਵੀ ਆਣ ਕੇ ਡਰਾ ਨਹੀਂ ਸਕਦੀ। ਹੋਰ ਮਾਇਆ ਦੇ ਅਨੇਕਾਂ ਤੱਤ ਨੇ, ਮਾਇਆ ਦੇ ਅਨੇਕਾਂ ਹੀ ਵੱਡੇ ਵੱਡੇ ਜਿਹੜੇ ਇਸ ਮਾਇਆ ਨੇ ਆਪਣੇ ਦਾਸ ਬਣਾ ਕੇ ਰੱਖੇ ਹੋਏ ਨੇ, ਕਹਿੰਦੇ ਉਹ ਕੋਈ ਵੀ ਮੈਨੂੰ ਆਣ ਕੇ ਨਹੀਂ ਡਰਾ ਸਕਦਾ ਤੇ ਨਾ ਹੀ ਡਰਾਉਂਦਾ ਹੈ। ਪਰ ਗੁਰੂ ਦੀ ਕਿਰਪਾ ਦੇ ਨਾਲ ਇਹ ਭਵ ਸਾਗਰ ਜਿਹੜਾ ਹੈ, ਇਹ ਮੈਂ ਉਸੇ ਸਤ ਕਾਲ ਜਿਨ ਗੁਰੂ ਪਛਾਤਾ, ਜਿਸ ਨੇ ਉਸ ਸੱਚੇ ਗੁਰੂ ਨੂੰ ਪਛਾਣ ਲਿਆ, ਉਹ ਕਿਸੇ ਤਰ੍ਹਾਂ ਦਾ ਡਰ ਭਾਉ ਉਹਦੇ ਕੋਲ ਨਹੀਂ ਆਉਂਦਾ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹਉ ਗਈ ਬਲਾਏ। ਜਦੋਂ ਤੋਂ ਮੈਨੂੰ ਨਿਰੰਕਾਰ ਪੂਰੇ ਸਤਿਗੁਰ ਦੀ ਸੰਗਤ ਪ੍ਰਾਪਤ ਹੋ ਗਈ, ਉਹਦੇ ਬਖਸ਼ਿਆਂ ਦੀ ਸੰਗਤ ਪ੍ਰਾਪਤ ਹੋ ਗਈ, ਗੁਰੂ ਦੀ ਕਿਰਪਾ ਦੇ ਨਾਲ ਸਾਰੀਆਂ ਬਲਾਵਾਂ ਜਿਹੜੀਆਂ ਸਾਨੂੰ ਹਉਮੈ ਵਰਗੀਆਂ ਮੇਰੇ ਕੋਲੋਂ ਦੂਰ ਹੋ ਗਈਆਂ। ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਹੋ ਕੇ ਗਿਆਨ ਦਿੰਦੇ, ਕਹਿੰਦੇ ਮੈਂ ਤਾਂ ਸਵਾਸ ਸਵਾਸ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਲੱਗਾ ਹੋਇਆ ਹਾਂ, ਜਿਸ ਨੇ ਮੇਰਾ ਇਹ ਪੜਦਾ ਮੇਰੇ ਉੱਤੇ ਨਾਮ ਦਾ ਮਸਤਰ ਦੇ ਕੇ ਮੇਰੇ ਸਾਰੇ ਵਿਕਾਰਾਂ ਦੇ ਉੱਤੇ ਪਰਦਾ ਪਾ ਦਿੱਤਾ। ਮਾਝ ਮਹੱਲਾ ਪੰਜਵਾਂ। ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ। ਓਤ ਪੋਤ ਸੇਵਕ ਸੰਗ ਰਾਤਾ। ਓਤ ਪੋਤ ਕਿਹੜੀ ਚੀਜ਼ ਨੂੰ ਕਿਹਾ ਇੱਥੇ ਮਾਲਕ ਸੱਚੇ ਪਾਤਸ਼ਾਹ ਨੇ? ਓਤ ਪੋਤ ਹੁੰਦਾ ਹੈ ਧਾਗਾ ਤੇ ਤਾਣਾ।
ਜਿੱਦਾਂ ਖੱਡੀ ਆ, ਖੱਡੀ ਦੇ ਵਿੱਚ ਧਾਗਾ ਨਾ ਹੋਵੇ ਤਾਂ ਉਹ ਖੱਡੀ ਕੱਪੜਾ ਨਹੀਂ ਬਣਾ ਸਕਦੀ, ਤੇ ਜੇ ਧਾਗਾ ਹੋਵੇ ਤੇ ਖੱਡੀ ਨਾ ਹੋਵੇ, ਮਸ਼ੀਨ ਪੁਰਾਣੇ ਸਮੇਂ 'ਚ ਉਹਨੂੰ ਖੱਡੀ ਹੀ ਕਹਿੰਦੇ ਸਨ, ਤੇ ਉਹ ਜਿੰਨਾ ਚਿਰ ਜੇ ਉਹ ਨਾ ਹੋਵੇ ਵੀ ਧਾਗੇ ਦੇ ਇਕੱਲੇ ਦਾ ਵੀ ਕੱਪੜਾ ਨਹੀਂ ਬਣ ਸਕਦਾ। ਸੋ ਇਹ ਦੋਨਾਂ ਦਾ ਹੋਣਾ ਜ਼ਿਆਦਾ ਜ਼ਰੂਰੀ ਇਕੱਠਾ ਹੈ, ਤਾਂ ਫਿਰ ਉਹ ਕੱਪੜਾ ਬਣਦਾ ਜਿਹੜਾ ਕੱਪੜਾ ਅਸੀਂ ਅੰਗ ਦੇ ਪਾਉਂਦੇ ਹਾਂ, ਜਿਹਦੇ ਨਾਲ ਅਸੀਂ ਆਪਣਾ ਨਗਨ ਢੱਕਦੇ ਹਾਂ, ਜਾਂ ਹੋਰ ਬੜੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਅਸੀਂ ਉਹਨਾਂ ਦੀ ਪ੍ਰਦਰਸ਼ਨੀ ਕਰਦੇ ਹਾਂ। ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਜੀਵ ਅਕਾਲ ਪੁਰਖ ਤੋਂ ਬਗੈਰ ਉਹਦੀ ਹੋਂਦ ਕੋਈ ਨਹੀਂ, ਤੇ ਅਕਾਲ ਪੁਰਖ ਦੀ ਉਹ ਤੋਂ ਬਗੈਰ ਹੋਂਦ ਕੋਈ ਨਹੀਂ। ਇਹਨਾਂ ਦੋਨਾਂ ਦਾ ਮਿਲਾਪ ਇਕੱਠਾ ਹੈ, ਇਹ ਇੱਕ ਦੂਜੇ ਦੇ ਨਾਲ ਰਲੇ ਹੋਏ ਨੇ। ਕਹਿੰਦੇ ਓਤ ਪੋਤ ਸੇਵਕ ਸੰਗ ਰਾਤਾ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿੱਦਾਂ ਕੱਪੜਾ ਤੇ ਖੱਡੀ, ਜਿੱਦਾਂ ਕੱਪੜਾ ਹੈ ਧਾਗਾ ਹੈ ਤੇ ਖੱਡੀ ਹੈ, ਇਸ ਤਰ੍ਹਾਂ ਉਹ ਆਪਣੇ ਸੇਵਕ ਦੇ ਵਿੱਚ ਰਲੇ ਹੋਏ ਹਨ। ਪ੍ਰਭ ਪ੍ਰਿਤਪਾਲੇ ਸੇਵਕ ਸੁਖਦਾਤਾ, ਤੇ ਨਿਰੰਕਾਰ ਦੇ ਵਿੱਚ ਜਿਹੜਾ ਜੀਵ ਜਾ ਕੇ ਅਭੇਦ ਹੋ ਜਾਂਦਾ ਭਾਈ। ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਕਿ ਗੁਰੂ ਉਹਦੀ ਸਦਾ ਹੀ ਰੱਖਿਆ ਕਰਦਾ ਇਸ ਸੰਸਾਰ ਤੇ ਵੀ ਤੇ ਪਰਲੋਕ ਦੇ ਵਿੱਚ। ਉਹ ਸੇਵਕ ਸਦਾ ਸੁਖਾਂ ਵਾਲਾ ਜੀਵਨ, ਆਨੰਦ ਵਾਲਾ ਜੀਵਨ ਇਸ ਸੰਸਾਰ ਤੇ ਵੀ ਪਾਉਂਦਾ ਹੈ ਤੇ ਅਕਾਲ ਪੁਰਖ ਦੇ ਦਰਗਾਹ ਦੇ ਵਿੱਚ ਵੀ ਪਾਉਂਦਾ ਹੈ। ਪਾਣੀ ਪੱਖਾ ਪੀਸੋਂ ਸੇਵਕ ਕੈ, ਠਾਕੁਰ ਹੀ ਕਾ ਆਹਰ ਜੀਓ। ਸੰਸਾਰ ਦੇ ਜੀਵੋ ਜੇ ਇਸ ਤਰ੍ਹਾਂ ਦਾ ਕੋਈ ਪ੍ਰਾਣੀ ਆਪ ਜੀ ਨੂੰ ਮਿਲ ਜਾਵੇ ਜਿਹੜਾ ਕਿ ਵਿਰਲਾ ਹੋਵੇ, ਬਖਸ਼ਿਆ ਹੋਵੇ, ਜਿਹਦੇ ਉੱਤੇ ਗੁਰੂ ਨਿਰੰਕਾਰ ਨੇ ਕਿਰਪਾ ਕਰਕੇ ਉਹ ਅਭੇਦ ਹੋਇਆ ਹੋਵੇ, ਕਹਿੰਦੇ ਉਹਦੀ ਵੀ ਸੇਵਾ ਕਰੋ। ਪਾਣੀ ਪੱਖਾ ਪੀਸੋ ਸੇਵਕ ਹੈ, ਕਹਿੰਦੇ ਨੀਵਾਂ ਹੋ ਕੇ ਚਾਹੇ ਪਾਣੀ ਦੀ ਸੇਵਾ ਕਰ, ਚਾਹੇ ਪੱਖੇ ਦੀ ਕਰ, ਚਾਹੇ ਭੋਜਨ ਦੀ ਕਰ, ਸੇਵਕ ਬਣ ਕੇ, ਸੱਚਾ ਸੇਵਕ ਬਣ ਕੇ, ਸੇਵਾਦਾਰ ਬਣ ਕੇ ਉਸ ਦੀ ਸੇਵਾ ਕਰ। ਠਾਕਰ ਹੀ ਕਾ ਆਹਾਰ ਜੀ, ਜਿਹਨੂੰ ਸਿਰਫ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਤੋਂ ਬਗੈਰ ਉਹ ਕੁਝ ਵੀ ਨਹੀਂ ਦਿਸਦਾ, ਤੇ ਉਹ ਸਦਾ ਹੀ ਉਹ ਪਾਲਣਹਾਰੇ ਨੂੰ ਹੀ ਸਿਮਰਦਾ ਹੈ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਸਿਲਕ ਕਹਿੰਦੇ ਨੇ ਫਾਹੀ ਨੂੰ, ਜਾਣੀ ਕਿ ਜਿਹੜੀ ਜਮਾਂ ਦੀ ਫਾਹੀ ਸਾਨੂੰ ਪਈ ਹੋਈ ਹੈ, ਜੇ ਮਾਇਆ ਦੇ ਬੰਧਨ ਸਾਨੂੰ ਪਏ ਨੇ, ਕਹਿੰਦੇ ਨੇ ਕਾਟ ਸਿਲਕ ਫਾਹੀਆਂ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ, ਇਹ ਸਾਰੀਆਂ ਕੱਟ ਕੇ ਮੈਨੂੰ ਸੱਚੀ ਸੇਵਾ ਦੇ ਵਿੱਚ ਸਤਿਗੁਰਾਂ ਨੇ ਉਹ ਸੇਵਾ ਜਿਹੜੀ ਭਗਤੀ ਰੂਪੀ ਹੈ, ਮੈਨੂੰ ਭਗਤੀ ਰੂਪੀ ਸੇਵਾ ਦੇ ਵਿੱਚ ਲਾ ਲਿਆ। ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਉਹ ਅਕਾਲ ਪੁਰਖ ਨਿਰੰਕਾਰ ਵੱਲੋਂ ਜੋ ਵੀ ਹੁਕਮ ਹੁੰਦਾ ਹੈ, ਜੋ ਵੀ ਉਹ ਸਾਨੂੰ ਗਿਆਨ ਦਿੰਦੇ ਨੇ, ਜੋ ਵੀ ਉਹ ਉਸ ਮਾਲਕ ਵੱਲੋਂ ਸਾਨੂੰ ਉਪਦੇਸ਼ ਮਿਲਦਾ ਹੈ, ਉਹ ਹਰ ਵੇਲੇ ਉਹਦੇ ਸੇਵਕ ਨੂੰ ਚੰਗਾ ਲੱਗਦਾ, ਉਹ ਤੋਂ ਇਲਾਵਾ ਹੋਰ ਕੁਝ ਨਹੀਂ ਚੰਗਾ ਲੱਗਦਾ। ਸੋਈ ਕਮਾਵੈ ਜੋ ਸਾਹਿਬ ਪਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। ਸੇਵਕ ਜਿਹੜਾ ਹੈ ਸਤਿਗੁਰ ਦਾ ਜਨ ਬਣ ਗਿਆ, ਕਹਿੰਦੇ ਉਹ ਉਹੀ ਇੱਥੇ ਕਾਰ ਕਮਾਉਂਦਾ ਹੈ ਜਿਹੜੀ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਪਾਉਂਦੀ ਹੈ। ਜਿਹੜਾ ਕੋਈ ਐਸਾ ਕੰਮ ਨਹੀਂ ਕਰਦਾ ਜਿਹੜਾ ਕਿ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਤੋਂ ਉਹਨੂੰ ਦੂਰ ਲੈ ਕੇ ਜਾਵੇ। ਸੋ ਉਹ ਇਸ ਕਰਕੇ ਸੁਚੇਤ ਹੋ ਕੇ ਸਭ ਤੋਂ ਵੱਡੀ ਕਾਰ ਜਿਹੜੀ ਉਹ ਹੈ ਅਕਾਲ ਪੁਰਖ ਦੀ ਬੰਦਗੀ ਕਰਨੀ, ਸੇਵਾ ਕਰਨੀ। ਕਹਿੰਦੇ ਵੀ ਉਹ ਇਸ ਤਰ੍ਹਾਂ ਦੀ ਇੱਥੇ ਆਣ ਕੇ ਸੇਵਾ ਕਰਦਾ, ਮਸ਼ੱਕਤ ਕਰਦਾ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦੀ ਹੈ। ਸੇਵਕ ਅੰਤਰ ਬਾਹਰ ਮਾਹਰ ਜਿਉ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਸੇਵਕ, ਆਪਣੇ ਪਿਆਰੇ ਨੂੰ, ਆਪਣੇ ਗੁਰਮੁਖ ਨੂੰ ਜਿਹੜੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ, ਉਹਨਾਂ ਨੂੰ ਸੰਸਾਰ ਤੇ ਵੀ ਵਡਿਆਈਆਂ ਦਿੰਦੇ ਨੇ ਤੇ ਪਰਲੋਕ ਦੇ ਵਿੱਚ ਵੀ ਵਡਿਆਈਆਂ ਦਿੰਦੇ ਹਨ। ਕਹਿਣ ਤੋਂ ਮਤਲਬ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੀਵ ਸਿਮਰਨ ਦੇ ਵਿੱਚ ਲੱਗੇ ਹੋਏ ਨੇ, ਸਤਿਗੁਰ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਹਰ ਜਗ੍ਹਾ ਦੇ ਉੱਤੇ ਉਸ ਦੀ ਲਾਜ-ਪਾਤ ਰੱਖਦੇ ਹਨ। ਤੂੰ ਦਾਨਾ ਠਾਕੁਰ ਸਭ ਵਿਦ ਜਾਣੈ, ਠਾਕੁਰ ਕੇ ਸੇਵਕ ਹਰ ਰੰਗ ਮਾਣੈ। ਤੂੰ ਦਾਨਾ ਹੈ ਅਕਾਲ ਪੁਰਖ ਵਾਹਿਗੁਰੂ, ਤੁਸੀਂ ਤਾਂ ਸਭ ਤੋਂ ਉੱਚੇ ਤੇ ਸੁੱਚੇ ਗਿਆਨਵਾਨ ਹੋ, ਤੁਸੀਂ ਸਾਰਿਆਂ ਦੀ ਵਿਦ ਜਾਣਦੇ ਹੋ, ਸਾਰਿਆਂ ਦਾ ਅੰਦਰ ਬਾਹਰ ਬਾਰੇ ਸਭ ਕੁਝ ਆਪ ਜੀ ਨੂੰ ਗਿਆਨ ਹੈ। ਤੁਸੀਂ ਬੜੇ ਸਿਆਣੇ ਹੋ ਅਕਾਲ ਪੁਰਖ, ਸਾਰਿਆਂ ਦੀ ਵਿਦ ਜਾਣਦੇ ਹੋ, ਸਾਰਿਆਂ ਦਾ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਹੋ, ਸਾਰੇ ਜੋ ਵੀ ਉਹਨਾਂ ਦੇ ਅੰਦਰ ਬਾਹਰ ਹੈ ਤੁਸੀਂ ਉਹਨਾਂ ਨੂੰ ਜਾਣਦੇ ਹੋ, ਹਰ ਗੱਲ ਨੂੰ ਤੁਸੀਂ ਜਾਣਨ ਵਾਲੇ ਹੋ। ਠਾਕੁਰ ਕੇ ਸੇਵਕ ਹਰ ਰੰਗ ਮਾਨੇ, ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਸੇਵਕ ਬਣ ਜਾਂਦੇ ਨੇ,
ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪ੍ਰਤਿਪਾਲਨਾ ਕਰਕੇ ਆਤਮਿਕ ਆਨੰਦ ਵੀ ਦਿੰਦੇ ਨੇ। ਉਹ ਹਰ ਰੰਗ ਇਦੂ ਸੰਸਾਰ ਦੇ ਉੱਤੇ ਜਿਹੜਾ ਕਿ ਵਾਹਿਗੁਰੂ ਨੂੰ ਬਖਸ਼ਿਸ਼ ਹੁੰਦਾ ਹੈ ਉਹਨੂੰ ਮੰਨਦੇ ਨੇ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜ਼ਾਹਰ ਜੀਓ। ਅਭੇਦ ਹੋ ਗਿਆ ਨਾ ਦੋਨੋਂ। ਹੁਣ ਕਹਿੰਦੇ ਵੀ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਉਹੀ ਵਿਸ ਉਸ ਦੇ ਸੇਵਕ ਦਾ ਬਣ ਜਾਂਦਾ ਹੈ। ਅਭੇਦ ਹੋ ਗਿਆ। ਹੁਣ ਸੇਵਕ ਠਾਕੁਰ ਹੀ ਸੰਗ ਜ਼ਾਹਰ ਜਿਓ, ਕਹਿੰਦੇ ਫਿਰ ਉਹ ਠਾਕੁਰ ਉਹ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਤੇ ਸੇਵਕ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਅਭੇਦ ਹੋ ਜਾਂਦੇ ਨੇ। ਉਹਨਾਂ ਦੀ ਜੋਤ ਇੱਕ ਦੂਜੇ ਦੀ ਜੋਤ ਵਿੱਚ ਰਲ ਜਾਂਦੀ ਹੈ। ਆਪਣੇ ਠਾਕੁਰ ਜੋ ਪਹਿਰਾਇਆ, ਬਹੁਰ ਨ ਲੇਖਾ ਪੁੱਛ ਬੁਲਾਇਆ। ਆਪਣੇ ਠਾਕੁਰ ਜੋ ਪਹਿਰਾਇਆ, ਜੋ ਠਾਕੁਰ ਨੂੰ ਵੀ ਚੰਗਾ ਵਾਹਿਗੁਰੂ ਨੂੰ ਪਰਮਾਤਮਾ ਨੂੰ ਲੱਗਦਾ ਹੈ ਉਹੀ ਆਪਣੇ ਸੇਵਕ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ। ਜਿਸ ਗਿਆਨ ਦੇ ਨਾਲ ਸੰਸਾਰ ਦੇ ਉੱਤੇ ਵੀ ਉਹਦੀ ਸ਼ੋਭਾ ਹੁੰਦੀ ਹੈ। ਕਹਿੰਦੇ ਬਹੁਰ ਨਾਲ ਲੇਖਾ ਪੁੱਛ ਬੁਲਾਇਆ। ਫਿਰ ਜਿਹੜਾ ਇਸ ਤਰ੍ਹਾਂ ਦਾ ਜੀਵ ਬਣ ਜਾਂਦਾ ਹੈ ਉਹ ਜਿਹੜੇ ਉਹਨਾਂ ਦਾ ਲੇਖਾ ਜੋਖਾ ਕਿਤੇ ਵੀ ਹੁੰਦਾ ਨਹੀਂ। ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ ਬਹੁਰ ਨਾਲ ਲੇਖਾ ਪੁੱਛ ਬੁਲਾਇਆ, ਕੋਈ ਹੈ ਹੀ ਨਹੀਂ ਜਿਹੜਾ ਕਿ ਕਦੀ ਉਹਦੇ ਕੋਲੋਂ ਕੋਈ ਲੇਖਾ ਜੋਖਾ ਉਹਦਾ ਕਰ ਸਕੇ। ਤਿਸ ਸੇਵਕ ਕੈ ਨਾਨਕ ਕੁਰਬਾਨੀ, ਸੋ ਗਹਿਰ ਗੰਭੀਰਾ ਗੋਹਰ ਜੀਓ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਸ ਸੇਵਕ ਤੋਂ ਜਿਹੜਾ ਇਸ ਤਰ੍ਹਾਂ ਦਾ ਜਨਮ ਨਿਰੰਕਾਰ ਦਾ ਹੈ ਉਹਦੇ ਕੋਲੋਂ ਅਨੇਕਾਂ ਵਾਰ ਕੁਰਬਾਨ ਬਲਿਹਾਰੇ ਜਾਵਾਂ। ਤੇ ਉਹ ਜਿਹੜਾ ਕੌਣ ਸੇਵਕ ਜਿਹੜਾ ਆਪ ਖੁਦ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਭੇਦ ਹੋ ਕੇ ਗਹਿਰ ਗੰਭੀਰ ਡੂੰਘੇ ਸੁਭਾਅ ਵਾਲਾ, ਉੱਚੇ ਸੁੱਚੇ ਸੁਭਾਅ ਵਾਲਾ, ਗੰਭੀਰ ਜਿਹੜਾ ਆਤਮਿਕ ਅਡੋਲਤਾ ਵਾਲਾ ਹੈ, ਔਰ ਉਸ ਨੂੰ ਮੈਂ ਉਹਦੇ ਉੱਤੋਂ ਦੀ ਵਾਰ-ਵਾਰ ਕਰਵਾਨ ਜਾਵਾਂ। ਮਾਜ ਮਹਿਲਾ ਪੰਜਵਾਂ, ਸਭ ਕਿਛ ਕਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਪੁਲਾਹੀ। ਕੁਝ ਸੰਗਤ ਅੰਮ੍ਰਿਤਸਰ ਬੈਠੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਬੇਨਤੀ ਕੀਤੀ। ਆਖਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀਓ, ਅਸੀਂ ਦੇਖ ਰਹੇ ਹਾਂ ਜਦੋਂ ਤੋਂ ਆਪ ਜੀ ਸੱਚ ਦਾ ਜੀਵਨ ਦੇਣ ਵਾਸਤੇ ਉਪਦੇਸ਼ ਕਰ ਰਹੇ ਹੋ, ਉਸ ਪ੍ਰੀਤਮ ਵਾਹਿਗੁਰੂ ਦੇ ਨਾਲ ਜੁੜਨ ਦਾ ਤੁਸੀਂ ਗਿਆਨ ਦੇ ਰਹੇ ਹੋ। ਪਰ ਇਹ ਤੋਂ ਪਹਿਲਾਂ ਜੋ ਅਸੀਂ ਦੇਖਦੇ ਹਾਂ ਇੱਥੇ ਅਨੇਕਾਂ ਹੀ ਮਤਾਂ ਸੰਸਾਰ ਦੇ ਉੱਤੇ ਹਨ, ਇਸ ਵੇਲੇ ਵੀ ਹਨ, ਅੱਜ ਵੀ ਹਨ। ਵੇ ਭਾਈ ਕਹਿੰਦੇ ਵੀ ਉਹ ਮਤਾਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਜੋ ਕਾਰਜ ਕਰਦੇ ਨੇ, ਕੋਈ ਤਾਂ ਤਪੀ ਬਣ ਕੇ ਘਰ-ਬਾਰ ਛੱਡ ਕੇ ਜੰਗਲ ਬਿਆਮਾਨਾਂ ਦੇ ਵਿੱਚ ਜਾ ਕੇ ਤਪ ਕਰਨਾ ਸ਼ੁਰੂ ਕਰ ਦਿੰਦਾ, ਕੋਈ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਬਹਿ ਜਾਂਦਾ, ਕੋਈ ਕੰਨ ਪੜਾ ਕੇ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਵਾਹ ਮਲ ਕੇ ਹੱਥ ਦੇ ਵਿੱਚ ਡੰਡਾ ਡੋਰੀ ਫੜ ਕੇ ਘਰ ਘਰ ਜਾ ਕੇ ਮੰਗਦਾ ਫਿਰਦਾ ਹੈ। ਕੋਈ ਕਹਿੰਦਾ ਵੀ ਮੇਰਾ ਤਰੀਕਾ ਸਭ ਤੋਂ ਉੱਚਾ ਤੇ ਦੂਸਰਾ ਕਹਿੰਦਾ ਨਹੀਂ ਇਹਦਾ ਨਹੀਂ, ਮੇਰਾ ਸਭ ਤੋਂ ਤਰੀਕਾ। ਇਹ ਜਿਹੜੀਆਂ ਚੀਜ਼ਾਂ ਸਾਰੀਆਂ ਨੇ ਇਹਨਾਂ ਬਾਰੇ ਸਾਨੂੰ ਗਿਆਨ ਦੇਵੋ ਕਿ ਇਹਨਾਂ ਦੇ ਵਿੱਚੋਂ ਪ੍ਰਮਾਤਮਾ ਦਾ ਨਾਲ ਸਾਡਾ ਮਿਲਾਪ ਹੋ ਸਕਦਾ। ਜਿਸ ਦੇ ਕੋਲੋਂ ਵਿਛੜ ਕੇ ਅਸੀਂ ਆਏ ਹਾਂ ਕਿ ਉਹਦੇ ਨਾਲ ਸਾਡਾ ਮਿਲਾਪ ਹੋਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹਨਾਂ ਦੀਆਂ ਮਤਾਂ ਜਿਹੜੀਆਂ ਨੇ ਇਹਨਾਂ ਮਤਾਂ ਦੇ ਵਿੱਚ ਤੁਹਾਨੂੰ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਭਾਵੇਂ ਜਿੰਨਾ ਮਰਜ਼ੀ ਤੁਸੀਂ ਤੀਰਥਾਂ ਤੇ ਜਾ ਕੇ ਦਾਨ ਪੁੰਨ ਕਰਕੇ ਵੀ ਦੇਖ ਲਓ, ਕਿਉਂਕਿ ਤੁਹਾਡੇ ਅੰਦਰ ਹਉਮੈ ਜਿਹੜੀ ਹੈ ਨਾ ਉਹ ਦੂਰ ਨਹੀਂ ਹੁੰਦੀ, ਹਉਮੈ ਨਾਮ ਦੇ ਨਾਲ ਦੂਰ ਹੋਣੀ ਹੈ। ਸੋ ਇਸ ਕਰਕੇ ਕਹਿੰਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਸ ਨੇ ਤਾਂ ਸਾਰਾ ਕੁਝ ਤੁਹਾਡੇ ਇਸ ਸਰੀਰ ਦੇ ਵਿੱਚ ਹੀ ਰੱਖਿਆ। ਮੇਰੇ ਘਰ ਤੇ ਇੱਕ ਬਣਤ ਬਣਾਈ, ਇਸ ਦੇਹੀ ਮੈਂ ਸਭ ਵਸਤ ਪਾਈ। ਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਸਭ ਕੁਝ ਘਰ ਮੇਂ ਸਾਰਾ ਕੁਝ ਅੰਦਰ ਹੀ ਹੈ, ਬਾਹਰ ਨਾ ਹੈ। ਬਾਹਰ ਨਹੀਂ ਜੰਗਲਾਂ ਪੀਆਂ ਬਾਨਾਂ ਦੇ ਵਿੱਚ ਭਟਕਣ ਦੇ ਨਾਲ ਜੋ ਹੋਰ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਧਾਗੇ ਤਵੀਤਾਂ ਵਾਲਿਆਂ ਦੇ ਕੋਲ ਜਾਂ ਜਿਹੜੇ ਜਾਣ ਕੇ ਇਸ ਤਰ੍ਹਾਂ ਕੇ ਮੜੀਆਂ ਮਸਾਣਾਂ ਦੇ ਉੱਤੇ ਜਾ ਕੇ ਸਾਨੂੰ ਕੁਝ ਨਹੀਂ ਪ੍ਰਾਪਤ ਹੋਣਾ। ਉਸ ਦਿਨ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਜਿੱਦਣ ਅਸੀਂ ਆਪਣੇ ਅੰਦਰ ਨੂੰ ਖੋਜਣ ਲੱਪਾਂਗੇ, ਆਪਣੇ ਆਪ ਨੂੰ ਪਛਾਣਨ ਲੱਪਾਂਗੇ। ਬਾਹਰ ਟੋਲੇ ਸੋ ਭਰਮ ਭੁਲਾਏ ਕੇ ਜਿਹੜੇ ਇਸ ਤਰ੍ਹਾਂ ਤੁਰੇ ਫਿਰਦੇ ਨੇ ਇਹ ਤਾਂ ਭਰਮਾਂ ਤੇ ਭਟਕਣਾ ਦੇ ਵਿੱਚ ਪਏ ਹੋਏ ਹਨ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਅੰਤਰ ਪਾਇਆ, ਜਿਨ੍ਹਾਂ ਨੇ ਆਪਣੇ ਆਪ ਦੇ ਹਿਰਦੇ ਨੂੰ ਖੋਜ ਲਿਆ, ਹਿਰਦੇ ਨੂੰ ਆਤਮਾ ਨੂੰ ਖੋਜ ਕੇ ਉਹਨਾਂ ਨੇ ਪ੍ਰਮਾਤਮਾ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ਬਦ ਪ੍ਰਾਪਤ ਹੋ ਗਿਆ, ਨਾਮ ਪ੍ਰਾਪਤ ਹੋ ਗਿਆ। ਆਪਣੇ ਆਪ ਨੂੰ ਉਹਨਾਂ ਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਬਦ ਦੇ ਨਾਲ ਟਿਕਾ ਲਿਆ। ਫਿਰ ਅੰਤਰ ਆਤਮੇ ਪਿਓ ਉਹ ਉਸ ਸ਼ਬਦ ਰਾਹੀਂ ਹਰ ਵੇਲੇ ਸਿਮਰਨ ਕਰਦੇ ਨੇ।
ਤੇ ਜਿਸਲੇ ਇਸ ਤਰ੍ਹਾਂ ਦਾ ਹੁੰਦਾ ਸੋ ਅੰਤਰ ਬਾਹਰ ਸੁਹੇਲਾ ਜਿਓ, ਉਹ ਅੰਦਰੋਂ ਵੀ ਆਨੰਦ ਵਾਲੇ ਹੁੰਦੇ ਨੇ ਤੇ ਬਾਹਰੋਂ ਵੀ ਉਹ ਆਨੰਦ ਵਾਲੇ ਹੀ ਇਹ ਦੱਸਦੇ ਨੇ, ਸੁਹੇਲੇ ਹੁੰਦੇ ਨੇ, ਸੁਖੀ ਹੁੰਦੇ ਨੇ, ਅੰਦਰੋਂ ਵੀ ਸੁਖੇ ਨੇ ਤੇ ਬਾਹਰੋਂ ਵੀ ਸੁਖੀ ਹਨ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਧੰਨ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ। ਇਹ ਬਾਣੀ ਵੀ ਇਸੇ ਤਰ੍ਹਾਂ ਹੀ ਹੈ ਭਾਈ। ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਜੀਵ ਨੇ ਉਹ ਫਿਰ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਕਹਿੰਦੇ ਜਿੱਦਾਂ ਮਿੱਠੀ ਮਿੱਠੀ ਬਰਸਾਤ ਹੋ ਰਹੀ ਹੁੰਦੀ ਆ, ਮਿੱਠਾ ਮਿੱਠਾ ਮੀਂਹ ਪੈ ਰਿਹਾ ਹੁੰਦਾ, ਉਹ ਜਿਹੜਾ ਭਾਵੇਂ ਮਿੱਠਾ ਮਿੱਠਾ ਮੀਂਹ ਪੈਂਦਾ, ਉਸ ਵਰਖਾ ਨੂੰ ਧਰਤੀ ਜਿਹੜੀ ਹੈ ਬੜੇ ਪ੍ਰੇਮ ਦੇ ਨਾਲ ਸਵੀਕਾਰ ਕਰਦੀ ਹੈ। ਹਰ ਜਗ੍ਹਾ ਦੇ ਉੱਤੇ ਉਹ, ਜਿੱਥੇ ਗਰਮੀ ਦੀ ਰੁੱਤ ਹੈ ਉੱਥੇ ਉਹ ਠੰਡ ਵਰਤਾਉਂਦੀ ਹੈ, ਜਿੱਥੇ ਸੋਕਾ ਹੈ ਉੱਥੇ ਉਹ ਹਰਿਆਵਲ ਲਿਆਉਂਦੀ ਹੈ। ਕਹਿੰਦੇ ਵੀ ਇਸ ਕਰਕੇ ਇਹ ਜਿੱਦਾਂ ਜਿੱਦਾਂ ਮਿੱਠਾ ਮਿੱਠਾ ਮੀਂਹ ਵਰਸਦਾ, ਇਹ ਧਰਤੀ ਉਹਨੂੰ ਸਵੀਕਾਰ ਕਰਦੀ ਹੈ, ਉਸ ਦੇ ਨਾਲ ਇਹ ਧਰਤੀ ਨੂੰ ਆਨੰਦ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਉਹ ਨਾਮ ਨੂੰ ਇੱਕ ਆਸਣ ਬੈਠ ਕੇ ਉਹ ਨਿਰੰਕਾਰ ਦੇ ਹੁਕਮ ਨੂੰ ਪਹਿਚਾਨ ਲਿਆ, ਉਹਨਾਂ ਦੇ ਅੰਦਰ ਉਹ ਨਾਮ ਦਾ ਅੰਮ੍ਰਿਤ ਇਸੇ ਤਰ੍ਹਾਂ ਹੀ ਵਰਸ ਰਿਹਾ ਹੈ। ਜਿਸਲੇ ਉਹ ਵਰਸਦਾ ਅੰਮ੍ਰਿਤ ਉਹਨਾਂ ਦੇ ਅੰਦਰ, ਤਾਂ ਫਿਰ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ। ਮਨ ਪੀਵੇ ਸੁਣ ਸ਼ਬਦ ਵਿਚਾਰਾ, ਜਿਹੜਾ ਮਨ ਹੈ ਨਾ ਇਹ ਭਟਕਣਾ ਛੱਡ ਕੇ ਫਿਰ ਇਸ ਅੰਮ੍ਰਿਤ ਦੇ ਨਾਲ ਜੁੜ ਜਾਂਦਾ, ਉਹ ਨਾਮ ਦੇ ਨਾਲ ਜੁੜ ਜਾਂਦਾ ਹੈ। ਉਹ ਨਾਮ ਜਪ ਜਪ ਕੇ ਇਸ ਅੰਮ੍ਰਿਤ ਨੂੰ ਹਰ ਵੇਲੇ ਮਨ ਪੀਂਦਾ ਹੈ। ਆਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਉਹ ਕਹਿੰਦੇ ਨੇ ਵੀ ਆਨੰਦ ਵਿਨੋਦ ਕਰੇ ਦਿਨ ਰਾਤੀ, ਇਹ ਕਹਿੰਦੇ ਨੇ ਵੀ ਆਤਮਿਕ ਸੁਖ ਉਸ ਨੂੰ ਦਿਨ ਰਾਤ ਪ੍ਰਾਪਤ ਰਹਿੰਦਾ ਹੈ। ਦਿਨ ਰਾਤ ਉਹ ਆਤਮਿਕ ਸੁਖ ਦੇ ਵਿੱਚ ਰਹਿੰਦੇ ਨੇ, ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ। ਜਿਹੜਾ ਨਿਰੰਕਾਰ ਸੱਚੇ ਪਾਤਸ਼ਾਹ ਦੇ ਵੱਲੋਂ ਬਖਸ਼ੇ ਹੋਏ ਨਾਮ ਦੇ ਨਾਲ ਸੁਖ ਪ੍ਰਾਪਤ ਕੀਤਾ, ਜਿਹੜਾ ਕਿ ਉਹਨੂੰ ਸੁਖ ਤੇ ਆਨੰਦ ਮਿਲਦਾ ਹੈ, ਇਸ ਕਾਰਨ ਕਰਕੇ ਉਹ ਅਕਾਲ ਪੁਰਖ ਨੂੰ ਹਰ ਵੇਲੇ ਉਹਦੀ ਕਿਰਪਾ ਦੇ ਨਾਲ ਆਨੰਦ ਮਾਣਦਾ ਹੈ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁਕਾ ਹਰਿਆ। ਕਿਰਪਾ ਕਰਤੀ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ, ਕਹਿੰਦੇ ਨੇ ਵੀ ਉਹ ਜਿਸ ਨੂੰ ਹਰ ਵੇਲੇ ਆਨੰਦ ਆਉਣ ਲੱਗ ਪਿਆ, ਉਹਦੇ ਅੰਦਰ ਅੰਮ੍ਰਿਤ ਚੋਣਾ ਸ਼ੁਰੂ ਹੋ ਗਿਆ, ਮਨ ਉਸ ਅੰਮ੍ਰਿਤ ਨੂੰ ਸ਼ਬਦ ਦੇ ਰਾਹੀਂ ਪੀਣ ਲੱਗ ਪਿਆ। ਉਹ ਜੀਵ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਇਹਦੋਂ ਸੰਸਾਰ ਦੇ ਉੱਤੇ ਭਟਕ ਰਿਹਾ ਸੀ। ਫਿਰ ਗੁਰੂ ਨੇ ਨਿਰੰਕਾਰ ਨੇ ਕਿਰਪਾ ਕੀਤੀ, ਇਹ ਸਰੀਰ ਦੇ ਵਿੱਚ ਹੀ ਸਿਰਫ ਆਪਾਂ ਇਹ ਸਭ ਕੁਝ ਕਰ ਸਕਦੇ, ਮਰ ਕੇ ਨਹੀਂ ਸਾਨੂੰ ਮੁਕਤੀ ਮਿਲਣੀ। ਹੁਣ ਮੁਕਤੀ ਲੈਣੀ ਆਪਾਂ, ਹੁਣ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਆਨੰਦ ਵਾਲਾ ਜੀਵਨ ਆਪਾਂ ਲੈਣਾ। ਹੁਣ ਬੈਠ ਕੇ ਆਪਾਂ ਇਹ ਐਦੂ ਜੀਵਨ ਦੇ ਵਿੱਚ ਹੀ ਅਸੀਂ ਜਨਮ ਤੇ ਮਰਨ ਨੂੰ ਖਤਮ ਕਰ ਸਕਦੇ ਹਾਂ ਭਾਈ। ਸੋ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਜੀਵ ਜਿਹੜਾ ਜਨਮਾਂ ਤੋਂ ਪਤਾ ਨਹੀਂ ਕਿੰਨੇ ਕੁ ਜਨਮ, ਆਪਾਂ ਨੂੰ ਗਿਆਨ ਵੀ ਇਹਦੂ ਚੀਜ਼ ਦਾ ਕੋਈ ਨਹੀਂ, ਕਹਿੰਦਾ ਉਹ ਵਿਛੜਿਆ ਹੋਇਆ ਸੀ, ਉਹ ਅਕਾਲ ਪੁਰਖ ਨਿਰੰਕਾਰ ਦੀ ਕਿਰਪਾ ਦੇ ਨਾਲ ਹੁਣ ਉਸ ਦਾ ਉਹ ਪ੍ਰੀਤਮ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ। ਸਾਧ ਕਿਰਪਾ ਤੇ ਸੁਕਾ ਹਰਿਆ, ਸਾਧ ਇੱਥੇ ਗੁਰੂ ਨੂੰ ਆਖਿਆ ਹੈ। ਗਿਆਨ ਜਿਹੜਾ ਉਸ ਨੇ ਦਿੱਤਾ ਉਹਦੀ ਕਿਰਪਾ ਦੇ ਨਾਲ ਇਹ ਜਿਹੜਾ ਮਨ ਹਰ ਵੇਲੇ ਭੁੱਜਿਆ ਫਿਰਦਾ ਸੀ, ਮਨ ਹਰ ਵੇਲੇ ਆਸਾ ਤ੍ਰਿਸ਼ਨਾ ਦੇ ਨਾਲ ਜਲਦਾ ਹੋਇਆ ਸੀ ਮੇਰਾ ਅੰਦਰ, ਇਹ ਹੁਣ ਜਿਹੜਾ ਸੁੱਕਾ ਹੋਇਆ ਸੀ ਵਿਕਾਰਾਂ ਦੇ ਕਸ਼ਟ ਦੇ ਨਾਲ, ਵਿਕਾਰਾਂ ਨੇ ਇਸ ਮਨ ਨੂੰ ਸਾੜਿਆ ਹੋਇਆ ਸੀ, ਇਹ ਭਾਈ ਹੁਣ ਸਦਾ ਹੀ ਹਰਿਆ ਭਰਿਆ ਰਹਿੰਦਾ ਹੈ, ਆਨੰਦ ਵਾਲਾ ਰਹਿੰਦਾ ਹੈ। ਸੋ ਮਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਓ। ਭਾਈ ਇਸ ਕਰਕੇ ਸੋ ਮਤ ਪਾਏ ਨਾਮ ਧਿਆਏ, ਕਹਿੰਦੇ ਗੁਰੂ ਦੇ ਕੋਲੋਂ ਕੋਈ ਉੱਚੀ ਮਤ, ਉੱਚੀ ਸੋਚ, ਉੱਚਾ ਜੀਵਨ, ਉੱਚਾ ਆਚਰਣ ਮੰਗ, ਤੇ ਉਸ ਵੇਲੇ ਪ੍ਰਾਪਤ ਹੋ ਜਾਏਗਾ ਜਦੋਂ ਤੂੰ ਨਾਮ ਧਿਆਵੇਂਗਾ, ਜਿਸ ਲਈ ਉਹ ਨਾਮ ਦੀ ਆਰਾਧਨਾ ਕਰੇਗਾ। ਫਿਰ ਗੁਰਮੁਖ ਹੋਏ ਮੇਲਾ ਜੀਓ, ਫਿਰ ਤੇਰਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ। ਜਲ ਤਰੰਗ ਜਿਉ ਜਲੇ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਮਿਲਾਪ ਕਿਸ ਤਰ੍ਹਾਂ ਹੋਏਗਾ ਤੇਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ? ਮਿਲਾਪ ਤੇਰਾ ਹੋ ਵੀ ਜਾਂਦਾ ਹੈ। ਕੋਈ ਵਿਰਲੇ ਹਨ ਜਿਨ੍ਹਾਂ ਦੇ ਮਿਲਾਪ ਹੋਏ ਨੇ, ਆਪਾਂ ਨੂੰ ਵੀ ਪਤਾ ਹੈ, ਆਪਾਂ ਉਹਨਾਂ ਬਾਰੇ ਗੁਰੂ ਨਿਰੰਕਾਰ ਦੇ ਵਿੱਚ ਮਾਰ-ਬਾਰ ਉਹਨਾਂ ਦੇ ਗੁਣ ਗਾਉਂਦੇ ਹਾਂ।
ਕਹਿੰਦੇ ਵੀ ਤੂੰ ਤੇਰਾ ਵੀ ਮਿਲਾਪ ਉਹ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਹੋ ਜਾਏਗਾ ਜਿੱਦਾਂ ਜਲ ਤਰੰਗ ਜੋ ਜਲੇ ਸਮਾਇਆ। ਜਲ ਸਮੁੰਦਰ ਤੇ ਤਰੰਗ ਲਹਿਰ, ਜਦੋਂ ਲਹਿਰ ਦਾ ਸਮਾਂ ਖਤਮ ਹੋ ਜਾਂਦਾ ਉਹ ਸਮੁੰਦਰ ਦੇ ਵਿੱਚ ਹੀ ਫਿਰ ਜਾ ਕੇ ਅਲੋਪ ਹੋ ਜਾਂਦੀ, ਭੇਦ ਹੋ ਜਾਂਦੀ ਆ। ਫਿਰ ਕਿਸੇ ਨੂੰ ਪਤਾ ਨਹੀਂ ਲੱਗਦਾ ਸਮੁੰਦਰ ਕਿਹੜਾ ਸੀ ਕਿਹੜਾ ਆ ਤੇ ਤਰੰਗ ਇਹਦੇ ਵਿੱਚ ਕਿਹੜੀ ਸੀ, ਦੋਨੋਂ ਇੱਕੋ ਤਰ੍ਹਾਂ ਹੋ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਤੂੰ ਪ੍ਰਮਾਤਮਾ ਦੇ ਵਿੱਚ ਜਾ ਕੇ ਤੇਰੀ ਜੋਤ ਸਮਾ ਜਾਏਗੀ। ਕਿੱਦਾਂ? ਜਿੱਦਾਂ ਤਿਉ ਜੋਤੀ ਸੰਗ ਜੋਤ ਮਿਲਾਇਆ। ਤੇਰੀ ਜਿਹੜੀ ਅੰਦਰ ਆਤਮਾ ਜੋਤੀ ਹੈ, ਜੋਤ ਸਰੂਪੀ ਆਤਮਾ, ਇਹ ਇੰਨੀ ਨਿਰਮਲ ਹੋਏਗੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਤੇਰੇ ਸਾਰੇ ਕਰਮਾਂ ਨੂੰ ਸਵੀਕਾਰ ਕਰਕੇ ਇਸ ਜੋਤ ਨੂੰ ਵੀ ਆਪਣੇ ਵਿੱਚ ਮਿਲਾ ਲੈਣਗੇ, ਆਪ ਨੂੰ ਅਭੇਦ ਕਰ ਦੇਣਗੇ। ਫਿਰ ਤੇਰੇ ਵਿੱਚ ਤਾਂ ਅਕਾਲ ਪੁਰਖ ਦੇ ਵਿੱਚ ਫਰਕ ਕੋਈ ਨਹੀਂ ਰਹੇਗਾ। ਕਹੋ ਨਾਨਕ ਪ੍ਰਮ ਕਟੇ ਕਿਵਾੜਾ, ਬਹੁੜ ਨਾ ਹੋਈਏ ਜੋਲਾ ਜੀਓ। ਇਸ ਤਰ੍ਹਾਂ ਫਿਰ ਜਿਸ ਵੇਲੇ ਮਿਲਾਪ ਹੋ ਗਿਆ, ਫਿਰ ਨਿਰੰਕਾਰ ਕਹਿੰਦੇ ਨੇ ਵੀ ਸਾਰੇ ਭਰਮਾਂ ਦੇ ਜਿਹੜੇ ਦਰਵਾਜ਼ੇ ਨੇ, ਭਟਕਣਾ ਦੇ ਦਰਵਾਜ਼ੇ ਨੇ, ਸਾਰੇ ਖਤਮ ਕਰ ਦਿੱਤੇ, ਖੋਲ ਦਿੱਤੇ, ਸਤਿਗੁਰਾਂ ਨੇ ਤੋੜ ਦਿੱਤੇ। ਇਹ ਜਿਹੜਾ ਦੌੜਾ ਹੈ ਇਹ ਫਾਰਸੀ ਦਾ ਲਫ਼ਜ਼ ਹੈ, ਇਹਨੂੰ ਕਹਿੰਦੇ ਨੇ ਦੌੜ ਭੱਜ ਦੀ, ਭਟਕਣਾ ਖਤਮ ਹੋ ਜਾਂਦੀ ਹੈ ਜਦੋਂ ਨਿਰੰਕਾਰ ਵਾਹਿਗੁਰੂ ਕਿਰਪਾ ਆਪਣੇ ਪਿਆਰੇ ਤੇ ਕਰਕੇ ਉਸ ਨੂੰ ਅਭੇਦ ਆਪਣੇ ਵਿੱਚ ਹੀ ਸਮਾ ਕੇ ਅਭੇਦ ਕਰ ਲੈਂਦੇ ਹਨ। ਮਾਝ ਮਹਿਲਾ ਪੰਜਵਾਂ, ਤਿਸ ਕੁਰਬਾਨੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਪੜਿਆ। ਹੇ ਸੰਸਾਰ ਦੇ ਜੀਵੋ, ਆਪਾਂ ਅਰਦਾਸ ਕਰੀਏ ਨਿਰੰਕਾਰ ਦੇ ਚਰਨਾਂ ਦੇ ਵਿੱਚ। ਗੁਰੂ ਜੀ ਕਹਿੰਦੇ ਨੇ ਸਾਰੇ ਡੰਡੌਤ ਕਰੀਏ, ਬੰਦਨਾ ਕਰੀਏ ਉਸ ਨੂੰ ਕਿ ਸਾਡਾ ਜੀਵਨ ਵੀ ਉੱਚਾ ਸੁੱਚਾ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਬਣਾ ਦਿਓ। ਤੇ ਦੇਖੋ ਕਹਿੰਦੇ ਸਤਿਗੁਰੂ ਹੁਣ ਇੱਥੇ ਕੀ ਕਹਿੰਦੇ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨੀ ਜਾਵਾਂ, ਬਲਿਹਾਰੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਤੈਨੂੰ ਸੁਣਿਆ ਹੀ, ਮੈਂ ਤੂੰ ਉਹਨਾਂ ਤੋਂ ਸਦਕੇ ਜਾਵਾਂ ਤੇ ਉਹਨਾਂ ਤੋਂ ਮੈਂ ਫਿਰ ਸਦਕੇ ਬਲਿਹਾਰ ਜਾਵਾਂ ਜਿਨ੍ਹਾਂ ਨੇ ਤੇਰੀ ਰਸਨਾ ਤੇ ਜਿਨ ਰਸਨਾ ਪੜਿਆ, ਜਿਨ੍ਹਾਂ ਨੇ ਆਪਣੀ ਜੀਭਾ ਦੇ ਰਾਹੀਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਆਪ ਕੀਤੀ ਤੇ ਦੂਸਰਿਆਂ ਨੂੰ ਸੁਣਾਈ। ਵਾਰ ਵਾਰ ਜਾਈ ਤਿਸ ਵਿਟੋਂ, ਜੋ ਮਨ ਤਨ ਤੁਧ ਆਰਾਧੇ ਜੀਓ। ਜਿਹੜੇ ਜੀਵ ਮਨ ਤੇ ਤਨ ਨੂੰ ਇਕਾਗਰ ਕਰਕੇ ਭਟਕਣਾ ਖਤਮ ਕਰਕੇ ਤੇਰੀ ਸੇਵਾ ਕਰਦੇ ਨੇ, ਤੇਰੀ ਬੰਦਗੀ ਕਰਦੇ ਨੇ, ਮੈਂ ਉਹਨਾਂ ਤੋਂ ਵਾਰ ਵਾਰ ਰੋਮ ਰੋਮ ਕਰਕੇ ਬਲਿਹਾਰੇ ਜਾਵਾਂ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ। ਵਾਹਿਗੁਰੂ ਜੀ ਤਿਸ ਚਰਨ ਪਖਾਲੀ, ਮੈਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਟਿਕਾ ਦੇਵੋ ਜਿਹੜੇ ਤੇਰੇ ਮਾਰਗ ਦੇ ਉੱਤੇ ਚੱਲਦੇ ਨੇ। ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ, ਧੋਂਦਾ ਰਹਾ ਉਹਨਾਂ ਦੇ। ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਕਹਿੰਦੇ ਜਿਹੜੇ ਇਸ ਤਰ੍ਹਾਂ ਅਕਾਲ ਪੁਰਖ ਤੇਰੇ ਵੱਲੋਂ ਜਿਨ੍ਹਾਂ ਤੇ ਕਿਰਪਾ ਹੋਈ ਹੈ, ਮੈਂ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਨੇਤਰਾਂ ਨੂੰ ਵੀ ਪਵਿੱਤਰ ਕਰਨਾ ਚਾਹੁੰਦਾ ਹਾਂ। ਮੇਰੇ ਤੇ ਵੱਡੀ ਕਿਰਪਾ ਕਰੋ। ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੈ ਜੀਓ। ਸਤਿਗੁਰੂ ਜੀ ਮੈਂ ਮਨ ਦੇਵਾਂ, ਵੇਚ ਦੇਵਾਂ ਉਸ ਆਪਣੇ ਪ੍ਰੀਤਮ ਵਾਹਿਗੁਰੂ ਨੂੰ, ਉਸ ਸੱਜਣ ਨੂੰ ਜਿਹੜਾ ਜਿਨ ਗੁਰ ਮਿਲ ਸੋ ਪ੍ਰਭ ਲੱਦੇ ਜੀਓ, ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਲੱਭ ਪਿਆ ਹੈ। ਸੇਵਡ ਭਾਗੀ ਜਿਨ ਤੁਮ ਜਾਣੇ, ਸਭ ਕੈ ਮਦੇ ਅਲਪਤ ਨਿਰਬਾਣੇ। ਉਹੀ ਬਡਭਾਗੇ ਸੰਸਾਰ ਦੇ ਉੱਤੇ ਸਤਿਗੁਰ ਨੇ, ਉਹਨਾਂ ਦਾ ਜੀਵਨ ਸਫਲ ਹੈ ਜਿਨ੍ਹਾਂ ਨੇ ਆਪ ਜੀ ਨੂੰ ਪਹਿਚਾਣ ਲਿਆ, ਜਿਨ੍ਹਾਂ ਨੇ ਆਪ ਜੀ ਦੇ ਨਾਲ ਸਾਂਝ ਪਾ ਲਈ, ਜਿਨ੍ਹਾਂ ਨੇ ਆਪ ਦੇ ਨਾਮ ਦੇ ਨਾਲ ਜੁੜ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਤੇ ਮਤੇ ਅਲਪਤ ਨਿਰਮਾਣੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਫਿਰ ਇਸ ਤਰ੍ਹਾਂ ਉਹਨਾਂ ਨੂੰ ਗਿਆਨ ਹੋ ਜਾਂਦਾ। ਅਲਪਤ ਕਹਿੰਦੇ ਨੇ ਨਿਰਲੇਪ, ਨਿਰਬਾਣੇ ਕਹਿੰਦੇ ਨੇ ਵਾਸ਼ਨਾ ਤੋਂ ਰਹਿਤ। ਕਹਿੰਦੇ ਵੀ ਉਹ ਹਰ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਭਾਵੇਂ ਜਿੰਨਾ ਮਰਜ਼ੀ ਮਾਇਆ ਜ਼ੋਰ ਲਾ ਕੇ ਦੇਖ ਲਵੇ, ਉਹ ਫਿਰ ਅੰਦਰ ਉਹਨਾਂ ਦੀ ਕਿਸੇ ਤਰ੍ਹਾਂ ਦੀ ਵਾਸ਼ਨਾ ਨਹੀਂ ਰਹਿੰਦੀ ਹੈ, ਕਿਉਂਕਿ ਪ੍ਰਮਾਤਮਾ ਨਾਲ ਜੁੜੇ ਹੁੰਦੇ ਨੇ। ਜਿਨ੍ਹਾਂ ਨੂੰ ਸਭ ਤੋਂ ਉੱਚਾ ਸੁੱਚਾ ਅੰਮ੍ਰਿਤ ਪ੍ਰਾਪਤ ਹੋ ਗਿਆ ਭਾਈ, ਉਹਨਾਂ ਨੇ ਫਿਰ ਇੱਥੇ ਹੋਰ ਵਸਤੂਆਂ ਦੇ ਨਾਲ ਉਹਨਾਂ ਦਾ ਕੋਈ ਪਿਆਰ ਨਹੀਂ ਰਹਿੰਦਾ। ਇਸ ਕਾਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਰੇ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ, ਬਡਭਾਗੀ ਨੇ। ਉਹ ਕੌਣ ਨੇ? ਉਹ ਜਿਹੜੇ ਕਿ ਸਦਾ ਮਾਇਆ ਵੱਲੋਂ ਨਿਰਲੇਪ ਰਹਿੰਦੇ ਨੇ, ਵਾਸ਼ਨਾ ਤੋਂ ਰਹਿਤ ਨੇ।
साध कै संग उन पौजल तरिया सगल दूत उन साधे जियो। ਉਹ ਅਕਾਲ ਪੁਰਖ ਨਿਰੰਕਾਰ ਜੀ ਸਾਧ ਕੇ ਸੰਗ ਨੂੰ ਭੌਜਲ ਤਰਿਆ, ਉਹ ਜਿਹੜੇ ਬਖਸ਼ੇ ਹੋਏ ਜੀਵ ਨੇ ਉਹਨਾਂ ਦੀ ਸੰਗਤ, ਉਹਨਾਂ ਦੀ ਸੇਵਾ ਕਰਨ ਦੇ ਨਾਲ ਹਰ ਕੋਈ ਜੀਵ ਇਸ ਭਵ ਸਾਗਰ ਤੋਂ, ਵਿਕਾਰਾਂ ਦੇ ਸਾਗਰ ਤੋਂ, ਇਹ ਜਿਹੜਾ ਸੰਸਾਰ ਹੈ ਇਹ ਤੋਂ ਤਰ ਜਾਂਦਾ ਹੈ। ਸਗਲ ਦੂਤ ਉਹਨ ਸਾਧੇ ਜੀਓ। ਇੱਥੇ ਹੀ ਗੱਲ ਖਤਮ ਨਹੀਂ। ਮਾਲਕ ਕਹਿੰਦੇ ਨੇ ਹੈ ਤਾਂ ਭਾਵੇਂ ਉਹ ਵਿਰਲੇ ਹੀ, ਸਾਰੇ ਦੂਤ ਜਿਹੜੇ ਸਾਰੇ ਦੁਸ਼ਮਣ ਨੇ, ਸਾਰੇ ਵਿਕਾਰ ਨੇ, ਭਾਵੇਂ ਉਹ ਹਉਮੈ ਦਾ ਰੋਗ ਹੈ, ਭਾਵੇਂ ਉਹ ਪੰਜ ਤੱਤ ਨੇ, ਭਾਵੇਂ ਈਰਖਾ ਚਿਗਲੋ ਨਿੰਦਾ ਦਵੈਸ਼ਾ ਹੈ, ਕਹਿੰਦੇ ਸਾਰੇ ਇਸ ਪਿਆਰੇ ਨੇ ਉਹਨਾਂ ਨੂੰ ਕਾਬੂ ਕਰ ਲਿਆ। ਹੁਣ ਜਿਨ੍ਹਾਂ ਨੇ ਇਹਨੂੰ ਕਾਬੂ ਕੀਤਾ ਹੋਇਆ ਸੀ ਅੱਜ ਉਹ ਇਹਦੇ ਗੁਲਾਮ ਬਣ ਗਏ। ਤਿਨ ਕੀ ਸਰਣ ਪਰਿਆ ਮਨ ਮੇਰਾ ਤਾਣ ਮਾਣ ਤਜ ਮੋਹ ਅੰਧੇਰਾ। ਵਾਹਿਗੁਰੂ ਜੀ ਜਦੋਂ ਦੀ ਮੈਂ ਉਹਨਾਂ ਦੀ ਸ਼ਰਨ ਦੇ ਵਿੱਚ ਜਾ ਕੇ ਬੈਠਾ ਹਾਂ, ਜਦੋਂ ਦਾ ਮੈਂ ਉਹਨਾਂ ਦੇ ਨਾਲ ਬੈਠ ਕੇ ਨਾਮ ਦੀ ਆਰਾਧਨਾ ਕਰਦਾ ਹਾਂ, ਮਾਣ ਤਾਣ ਤਜ ਮੋਹ ਅੰਧੇਰਾ। ਮਾਲਕ ਸੱਚੇ ਪਾਤਸ਼ਾਹ ਜੀ ਮਾਣ ਵੀ ਖਤਮ ਹੋ ਗਿਆ, ਤਾਣ ਵੀ ਜਿਹੜਾ ਸੀ ਉਹ ਵੀ ਖਤਮ ਹੋ ਗਿਆ ਕਿ ਜਿਸ ਦੇ ਵਿੱਚ ਔਰ ਤਾਣ ਨਾਲ ਜਿਹੜਾ ਮਹਾਰਾਜ ਨੇ ਇਹ ਆਖਿਆ ਹੈ ਤਜ ਮੋਹ ਅੰਧੇਰਾ। ਕਹਿੰਦੇ ਵੀ ਜਿਹੜਾ ਮੋਹ ਰੂਪੀ ਜਿਸ ਨੇ ਮੈਨੂੰ ਅਗਿਆਨ ਦਾ ਹਨੇਰਾ ਮੇਰੇ ਅੰਦਰ ਕੀਤਾ ਹੋਇਆ ਸੀ, ਇਸ ਮੋਹ ਨੇ ਅਕਾਲ ਪੁਰਖ ਦੇ ਨਾਮ ਦੀ ਕਿਰਪਾ ਦਾ ਸਦਕਾ ਉਹ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਮੈਂ ਇਹ ਸਾਰਾ ਕੁਝ ਅੰਦਰ ਗਿਆਨ ਦਾ ਚਿਰਾਗ ਜਗਾਇਆ, ਇਹ ਸਾਰੇ ਮੈਨੂੰ ਛੱਡ ਕੇ ਚਲੇ ਗਏ। ਨਾਮ ਦਾਨ ਦੀਜੈ ਨਾਨਕ ਕੋ ਤਿਸ ਪ੍ਰਭ ਅਗਮ ਅਗਾਧੇ ਜੀਓ। ਕਿੰਨੀ ਕਿਰਪਾ, ਕਿੰਨੀ ਨਿਮਰਤਾ ਮਹਾਰਾਜ ਦੇ ਅੰਦਰ। ਪਤਾ ਨਹੀਂ ਮਨ ਵਿਰਾਗ ਦੇ ਵਿੱਚ ਚਲੇ ਜਾਂਦਾ ਸੁਣ ਸੁਣ ਕੇ। ਇਹ ਸਤਿਗੁਰਾਂ ਤੁਸੀਂ ਏਡੀਆਂ ਰਹਿਮਤਾਂ ਕਰ ਰਹੇ ਹੋ ਸਾਡੇ ਉੱਤੇ। ਨਾਮ ਦਾਨ ਦੀਜੇ ਨਾਨਕ ਕਦੇ, ਮੈਨੂੰ ਉਹ ਨਾਮ ਦਾ ਦਾਨ ਦੇ ਮੇਰੇ ਪ੍ਰੀਤਮ ਜੀਓ। ਤਿਸ ਪ੍ਰਭ ਅਗਮ ਅਗਾਧੇ ਜੀਓ। ਮੈਂ ਉਹ ਅਗਮ ਅਪਹੁੰਚ ਤੋਂ ਰਹਿਤ ਜਿਹੜਾ ਅਕਾਲ ਪੁਰਖ ਹੈ, ਅਗਾਧ ਜਿਹੜਾ ਅਥਾਹ ਹੈ, ਇੱਕ ਜਗ੍ਹਾ ਤੇ ਸਰਬ ਜਗ੍ਹਾ ਤੇ ਸਰਬ ਵਿਆਪਕ ਹੈ, ਉਹਦੀ ਮੈਂ ਬੰਦਗੀ ਕਰਾਂ, ਉਹਦੀ ਮੈਂ ਵਡਿਆਈ ਕਰਾਂ, ਉਹਦੀ ਉਸਤਤ ਕਰਾਂ। ਮੈਨੂੰ ਇਸ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ ਸਤਿਗੁਰ ਸੱਚੇ ਪਾਤਸ਼ਾਹ ਜੀ। ਮਾਝ ਮਹਿਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੁਖਮ ਹੋਆ ਸਥੂਲੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਦੇ ਮੋਹਰੇ ਜੀਵ ਅਰਦਾਸ ਕਰਦਾ, ਕਹਿੰਦੇ ਤੁਸੀਂ ਪੇੜ ਹੋ, ਤੁਸੀਂ ਦਰਖਤ ਹੋ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਹੋ, ਤੇ ਆ ਸੰਸਾਰ ਦੇ ਉੱਤੇ ਜਿਹੜੀ ਕੁਦਰਤ ਆਪ ਜੀ ਇਹ ਸਾਰੀਆਂ ਤੇਰੀਆਂ ਟਾਹਣੀਆਂ ਹਨ, ਤੇਰੇ ਫੁੱਲ ਹਨ। ਤੂੰ ਸੂਖਮ ਹੋਏ ਅਸਤੂਲੀ, ਤੂੰ ਹੋਆ ਅਸਤੂਲੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਤੁਸੀਂ ਅਦ੍ਰਿਸ਼ਟਮਾਨ ਹੋ, ਜਿਹੜੇ ਦੇਖਣ ਦੇ ਵਿੱਚ ਨਹੀਂ ਆ ਰਹੇ, ਪਰ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਆਪ ਹੀ ਬਣਾਇਆ ਹੋਇਆ ਹੈ, ਇਹ ਜਗਤ ਨੂੰ ਆਪ ਹੀ ਬਣਾਇਆ ਹੋਇਆ ਹੈ। ਤੂੰ ਜਲ ਨਿਦ ਤੂੰ ਫੇਨ ਬੁੱਧ ਬੁਦਾ ਤੁਧ ਬਿਨ ਅਵਰ ਨਾ ਪਾਲੀਐ ਜੀਓ। ਵਾਹਿਗੁਰੂ ਜੀ ਤੁਸੀਂ ਹੀ ਜਲ ਨਿਦ ਹੋ, ਜਲ ਨਿਦ ਕਹਿੰਦੇ ਨੇ ਸਮੁੰਦਰ ਨੂੰ। ਵਾਹਿਗੁਰੂ ਤੁਸੀਂ ਹੀ ਸਾਰਾ ਇਹ ਸਮੁੰਦਰ ਹੋ, ਤੇ ਤੁਸੀਂ ਹੀ ਸਮੁੰਦਰ ਦੇ ਵਿੱਚ ਜਿਹੜੇ ਉਹ ਬੁਲਬੁਲੇ ਹੁੰਦੇ ਨੇ ਉਹ ਵੀ ਤੁਸੀਂ ਹੀ ਹੋ, ਝੱਗ ਹੁੰਦੀ ਆ ਉਹ ਵੀ ਤੁਸੀਂ ਹੀ ਹੋ। ਤੁਧ ਬਿਨ ਅਵਰ ਨਾ ਭਾਲੀਏ ਜੀਓ। ਹੋਰ ਕੁਝ ਵੀ ਮੈਨੂੰ ਨਹੀਂ ਦੱਸਦਾ ਆਪ ਜੀ ਤੋਂ ਬਗੈਰ। ਹੁਣ ਇੱਥੇ ਗੱਲ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਇਹ ਸਾਰਾ ਸਮੁੰਦਰ ਸੰਸਾਰ ਜਿਹੜਾ ਹੈ ਇਹਦੇ ਵਿੱਚ ਜਿਹੜਾ ਹੈ ਇਹ ਤੁਸੀਂ ਹੋ, ਸੰਸਾਰ ਤੁਸੀਂ ਹੋ, ਤੇ ਅਸੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਫੇਨ ਹਾਂ, ਬੁੱਧਬੁਦੇ ਹਾਂ, ਝੱਗ ਹਾਂ, ਤੇਰੇ ਬਣਾਏ ਹੋਏ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਵੀ ਤੇ ਸਾਡਾ ਜੋ ਨਿਰੰਕਾਰ ਆਪ ਜੀ ਦੀ ਕਿਰਪਾ ਹੈ ਕਿ ਸਾਨੂੰ ਵੀ ਤੇਰੀ ਕੁਦਰਤ ਦੇ ਵਿੱਚ ਤੇਰੀ ਸ਼ਕਤੀ ਹੀ ਦਿਸਦੀ ਹੈ, ਤੇ ਤੋਂ ਬਗੈਰ ਸਾਨੂੰ ਹੋਰ ਕੁਝ ਦਿਸਦਾ ਹੀ ਨਹੀਂ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰੇ ਸਿਰ ਤੂੰ ਹੈ। ਹੁਣ ਥੋੜੇ ਜਿਹਾ ਪਿੱਛੇ ਚਲੇ ਗਏ, ਤੁਸੀਂ ਦੇਖਿਆ ਹੋਣਾ ਕਿ ਹਰ ਕੋਈ ਮਾਲਾ ਹੱਥ ਦੇ ਵਿੱਚ ਰੱਖਿਆ ਕਰਦਾ ਹੁੰਦਾ ਸੀ, ਅੱਜ ਵੀ ਰੱਖਦੇ ਨੇ, ਐਸੀ ਕੋਈ ਗੱਲ ਨਹੀਂ ਹੈ। ਭਾਵੇਂ ਇਸ ਮਾਇਆ ਨੂੰ
इस माला नूं महाराज ने बहुता जानी कि नहीं मान नहीं दिता है, पर कहते ने भी वो ਜਿਹੜੇ सूत कहते ने धागे नूं, जिस धागे दे विच मणके परो के माला बनदी है, वो सूत भी तुसी ही हो, तुसी ही तुसी मणके हो। ते नाल मारे कहते ने जे कई जगह ते तुसी देखा होएगा कि कपाह दी ही जां किसी होर धागे दी ही माला बनी हुंदी है, अज भी प्राप्त हो जांदियां ने। पिछले समय दे विच सी उत्थे गट्ठां दित्तियां हुंदियां सी, अपने अपने इष्ट का हिसाब होंदा। जिद्दां हुण आपां 27 वाली भी माला वरतदे हां, आपां 108 वाली भी वरतदे हां। वो फिर 108 गट्ठां दित्तियां हुंदियां सी, पर जिथे ये जान के संपूर्ण हुंदियां सी 108 ਜਾਂ धागा जो पूरा हुंदा सी, इहदे उत्ते असीं वड्डा सारा एक गठ दे दिंदे सी, जिहनूं माणकू कहंदे हुंदे सी, जां इहदे कोई वड्डी चीज़ पा दिंदे हुंदे सी। कईयां ने तां कौडी भी पाई होई हुंदी सी भी इह माणकू है। कहंदे ने भी तुसीं गंठी हो, तुसीं सूत हो, तुसीं ही ਉਹ मणके हो, तुसीं ਇਹ गट्ठां हो, ते निरंकार गट्ठां दे उत्ते जिहड़ा माणकू ਉਹ भी तुसीं ही हो। आद मद अंत प्रभ सोई, अवर न कोई दिखा लिया जियो। ਇਹ ਮੇਰੇ ਮਾਲਕਾ ਮੇਰੇ ਉੱਤੇ ਕਿਰਪਾ ਕਰ। ਆਦ ਮਦ ਅੰਤ ਜਿਹੜਾ ਸਮਾਂ ਲੰਘ ਚੁੱਕਿਆ, ਜਿਹੜਾ ਸਮਾਂ ਚੱਲ ਰਿਹਾ, ਜਿਹੜਾ ਆਉਣ ਵਾਲਾ, ਜਿਹੜਾ ਹੈ ਇੱਕ ਭੂਤ ਕਾਲ, वर्तमान काल और भविख काल, ਇਹਦੇ ਵਿੱਚ ਸਾਰੇ ਜਗ੍ਹਾ ਤੇ ਤੁਸੀਂ ਹੀ ਸਤਿਗੁਰ ਸੱਚੇ ਪਾਤਸ਼ਾਹ ਹੋ। ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਆਪਣੇ ਤੋਂ ਬਗੈਰ ਹੋਰ ਕਿਸੇ ਨੂੰ ਨਾ ਦਿਖਾਇਓ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਬਾਣ ਰਸਿਆ ਰੰਗ ਰਾਤਾ। ਕਿਹੜੇ ਰੂਪ ਦੇ ਵਿੱਚ ਵਡਿਆਈ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ? ਕਹਿੰਦੇ ਤੂੰ ਨਿਰਗੁਣ। ਨਿਰਗੁਣ ਦਾ ਮਤਲਬ ਹੈ ਤੁਸੀਂ ਮਾਇਆ ਦੇ ਤਿੰਨੇ ਹੀ ਮਾਇਆ ਜਿਹੜੀਆਂ ਨੇ, ਰਜੋ ਗੁਣ, ਤਮੋ ਗੁਣ, ਸਤਗੁਣ, ਇਹਨਾਂ ਤੋਂ ਨਿਰਲੇਪ ਹੋ, ਇਹਨਾਂ ਦੇ ਵਿੱਚ ਨਹੀਂ ਹੋ, ਤੁਸੀਂ ਇਹਨਾਂ ਤੋਂ ਰਹਿਤ ਹੋ। ਪਰ ਸਰਗੁਣ ਕਹਿੰਦੇ ਨੇ ਇਹ ਤਿੰਨਾਂ ਦੇ ਵਿੱਚ ਵੀ ਤੁਸੀਂ ਹੀ ਵਰਤ ਰਹੇ ਹੋ। ਆ ਜੋ ਸਾਡਾ ਸਰੀਰ ਹੈ, ਅਸੀਂ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਇੱਕ ਸ਼ਕਤੀ ਦਾ ਹੀ ਪ੍ਰਦਰਸ਼ਨ ਕੀਤਾ ਹੋਇਆ ਹੈ ਸੰਸਾਰ ਦੇ ਉੱਤੇ। ਅਸੀਂ ਵੀ ਉਹਦੀ ਇਹ ਇੱਕ ਮਾਇਆ ਦਾ ਰੂਪ ਹੀ ਹਾਂ, ਅਕਾਲ ਪੁਰਖ ਦੇ। ਕਹਿੰਦੇ ਤੁਸੀਂ ਹੀ ਹੋ ਨਿਰਗੁਣ, ਜਿਹੜੇ ਨਹੀਂ ਦੇਖੇ ਜਾ ਸਕਦੇ, ਤੇ ਤੁਸੀਂ ਸਾਰੇ ਸੰਸਾਰ ਦੇ ਵਿੱਚ ਸਰਵ ਵਿਆਪਕ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਵੀ ਆਪ ਹੋ। ਤੁਸੀਂ ਹੀ ਸੁੱਖਾਂ ਦੇ ਦਾਤੇ ਹੋ, ਤੁਸੀਂ ਹੀ ਜੀਵਾਂ ਨੂੰ ਸੁੱਖ ਦੇ ਰਹੇ ਹੋ। ਤੂੰ ਨਿਰਵਾਣ ਰਸਿਆ ਰੰਗ ਰਾਤਾ, ਤੁਸੀਂ ਵਾਸ਼ਨਾ ਤੋਂ ਰਹਿਤ ਹੋ, ਕਿਸੇ ਵਾਸ਼ਨਾ ਦੇ ਅਧੀਨ ਨਹੀਂ ਹੋ, ਪਰ ਤੁਸੀਂ ਹਰ ਰੰਗ ਦੇ ਵਿੱਚ, ਹਰ ਭੋਗ ਦੇ ਵਿੱਚ ਬੈਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਭੋਗਾਂ ਨੂੰ ਤੁਸੀਂ ਭੋਗਣ ਵਾਲੇ ਵੀ ਆਪ ਹੀ ਹੋ। ਹਰ ਰਸਾਂ ਦੇ ਨਾਲ ਪਿਆਰ ਤੁਹਾਡਾ ਹੀ ਹੈ, ਤੁਸੀਂ ਰਸਾਂ ਤੋਂ ਰਹਿਤ ਵੀ ਹੋ ਤੇ ਰਸਾਂ ਦੇ ਨਾਲ ਪਿਆਰ ਕਰਨ ਵਾਲੇ ਵੀ ਹੋ। ਆਪਣੇ ਕਰਤੱਵ ਆਪੇ ਜਾਣੈ, ਆਪੇ ਤੁਧ ਸੰਭਾਲੀਐ ਜੀਓ। ਮਹਾਰਾਜ ਜਿਹੜੇ ਖੇਡ ਤਮਾਸ਼ੇ ਤੁਸੀਂ ਕਰਦੇ ਹੋ ਨਾ ਕੁਦਰਤ ਦੇ ਵਿੱਚ, ਇਹ ਸਭ ਕੁਝ ਤੁਸੀਂ ਹੀ ਸਿਰਫ ਜਾਣਦੇ ਹੋ। ਹੁਣ ਬੜੀ ਦੁਨੀਆ ਕਿਆਫੇ ਲਾਉਂਦੀ ਵੀ ਕਰੋਨਾ ਕਾਹਤੇ ਆ ਗਈ ਦੂ ਸੰਸਾਰ ਤੇ, ਪਹਿਲਾਂ ਵੀ ਬੜੀਆਂ ਇਦਾਂ ਦੀਆਂ ਭਿਆਨਕ ਬਿਮਾਰੀਆਂ ਆਈਆਂ ਤੇ ਕਾਂ ਵੀ ਆਉਂਦੀਆਂ ਰਹਿਣੀਆਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਕਹਿੰਦੇ ਨੇ ਕੋਈ ਰੱਬ ਤੋਂ ਦੂਰ ਹੋ ਗਿਆ, ਕੋਈ ਕਹਿੰਦੇ ਨੇ ਫਲਾਣੇ ਨੇ ਇਸ ਨੂੰ ਜਾਣ ਕੇ ਛੱਡ ਦਿੱਤਾ, ਆਪਣੇ ਆਪਣੇ ਕਿਆਫੇ ਲਾਉਂਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਨਾਲ ਜੁੜੇ ਨੇ ਨਾ, ਉਹਨਾਂ ਦੇ ਨਾਲ ਸਾਡੇ ਵੀ ਕਈ ਵਾਰੀ ਬਚਨ ਹੁੰਦੇ ਨੇ, ਜਾਂ ਟੈਲੀਫੋਨਾਂ ਦੇ ਉੱਤੇ ਜਾਂ ਉੱਦਾਂ। ਇਹ ਤਾਂ ਭਾਈ ਉਹਦੀ ਰਹਿਮਤ ਆ, ਉਹਨੂੰ ਪਤਾ, ਇਹ ਉਹਦੀ ਖੇਡ ਹੈ, ਕਰਤੱਵ ਉਹਦਾ ਇੱਕ ਤਮਾਸ਼ਾ ਹੈ। ਜੋ ਪਹਿਲੇ ਵੀ ਤਮਾਸ਼ੇ ਹਨ ਤੇ ਗਾਹਾਂ ਵੀ ਤਮਾਸ਼ੇ ਲੱਗਣੇ ਨੇ, ਇਹ ਉਹੀ ਸਿਰਫ ਜਾਣਦਾ ਹੈ, ਉਹੀ ਜਾਣਦਾ। ਅਸੀਂ ਤਾਂ ਸਿਰਫ ਉਹਦੀ ਬੰਦਗੀ ਕਰੀਏ, ਕਿਉਂਕਿ ਉਹ ਆਪੇ ਹੀ ਸਾਡੀ ਸੰਭਾਲ ਕਰੇਗਾ। ਸੰਭਾਲ ਕਰਨ ਵਾਲਾ ਵੀ ਉਹ ਆਪ ਹੀ ਹੈ, ਤੇ ਸੰਭਾਲ ਕਰ ਵੀ ਰਿਹਾ ਉਹੀ ਅਕਾਲ ਪੁਰਖ ਹੈ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਆਪੇ ਤੁਸੀਂ ਠਾਕੁਰ ਹੋ ਸਤਿਗੁਰ ਜੀ, ਤੇ ਆਪੇ ਹੀ ਤੁਸੀਂ ਸੇਵਕ ਹੋ। ਤੁਸੀਂ ਹੀ ਮਾਲਕ ਹੋ ਤੇ ਤੁਸੀਂ ਹੀ ਸੇਵਕ ਹੋ। ਤੁਸੀਂ ਹੀ ਗੁਪਤ ਹੋ, ਜਿਹੜੇ ਕਿ ਦੇਖਣ ਦੇ ਵਿੱਚ ਹੀ ਨਹੀਂ ਹੁੰਦੇ, ਤੇ ਤੁਸੀਂ ਹੀ ਪ੍ਰਗਟ ਹੋ, ਜਿਹੜਾ ਸਭ ਕੁਝ ਹੈ, ਜਿਹੜਾ ਕੁਦਰਤ ਹੈ, ਇਹਦੇ ਵਿੱਚ ਤੁਸੀਂ ਸਰਵ ਵਿਆਪਕ ਹੋ, ਤੁਸੀਂ ਆਪੇ ਹੀ ਦਿਸ ਰਹੇ ਹੋ। ਨਾਨਕ ਦਾਸ ਸਦਾ ਗੁਣ ਗਾਵੇ, ਇੱਕ ਭੋਰੀ ਨਦਰ ਨਿਹਾਲੀਐ ਜੀਓ। ਨਿਰੰਕਾਰ ਕਹਿੰਦੇ ਨੇ ਮੈਂ ਸਦਾ ਆਪ ਦੇ ਗੁਣ ਗਾਵਾਂ, ਤੁਹਾਡੀ ਵਡਿਆਈ ਕਰਾਂ। ਇੱਕ ਮੇਰ ਦੀ ਨਦਰ, ਇੱਕ ਪਲਕ ਚਮਕਣ ਜਿੰਨੀ ਮੇਰੇ ਉੱਤੇ ਕਰ ਦੇਵੋ। ਮਾਜ ਮਹਿਲਾ ਪੰਜਵਾਂ,
ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ। ਸਫਲ ਸੁਬਾਣੀ ਜਿਤ ਨਾਮ ਵਖਾਣੀ, ਉਹ ਗਿਆਨ ਜਿੱਦਾਂ ਆ ਨਿਰੰਕਾਰ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਸੰਸਾਰ ਦੇ ਉੱਤੇ, ਕਹਿੰਦੇ ਉਹ ਗਿਆਨ ਬਹੁਤ ਸਫਲ ਹੈ, ਉੱਚਾ ਹੈ, ਸੱਚਾ ਹੈ, ਫਲ ਦੇਣ ਵਾਲਾ ਹੈ। ਸੋ ਫਲ ਉਹੀ ਫਲ ਦੇਣ ਵਾਲਾ ਹੈ ਜਿਤ ਨਾਮ ਵਖਾਣੀ, ਜਿਹਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ। ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ, ਪਰ ਕੋਈ ਬਿਰਲਾ ਹੀ ਸੰਸਾਰ ਦੇ ਉੱਤੇ ਹੈ ਜਿਸ ਨੇ ਇਹ ਗੁਰੂ ਦੀ ਕਿਰਪਾ ਕਰ ਲੈ ਕੇ, ਗੁਰੂ ਤੋਂ ਕਿਰਪਾ ਲੈ ਕੇ ਇਸ ਨੂੰ ਪਹਿਚਾਨ ਲਿਆ। ਤਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ, ਆਏ ਤੇ ਪਰਵਾਨਾ ਜੀਓ। ਧੰਨ ਵੇਲਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਅਸੀਂ ਆਪ ਜੀ ਦਾ ਨਾਮ ਸੁਣਦੇ ਹਾਂ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਨੂੰ ਗਾਉਂਦੇ ਹਾਂ, ਤੇ ਉਹ ਜੀਵ ਏਦੂ ਸੰਸਾਰ ਦੇ ਉੱਤੇ ਸਿਫਤ ਸਲਾਹ ਕਰਦੇ ਤੇ ਸੁਣਨ ਵਾਲੇ ਜਿਹੜੇ ਨੇ, ਉਹ ਇੱਥੇ ਭਾਵੇਂ ਵਿਰਲੇ ਨੇ ਪਰ ਉਹ ਆਪ ਜੀ ਨੂੰ ਪ੍ਰਵਾਨ ਹੋ ਜਾਂਦੇ ਹਨ। ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਉਹ ਅੱਖਾਂ ਪ੍ਰਵਾਨ ਨੇ ਸਤਿਗੁਰ ਸੱਚੇ ਪਾਤਸ਼ਾਹ, ਜਿਹੜੀਆਂ ਤੁਹਾਨੂੰ ਹਰ ਵਸਤੂ ਦੇ ਵਿੱਚ ਦੇਖ ਰਹੀਆਂ ਨੇ, ਦਰਸ਼ਨ ਤੁਹਾਡੇ ਕਰ ਰਹੀਆਂ ਨੇ। ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਸਾਰਾ ਕੁਝ ਜੋ ਤੁਸੀਂ ਦੇਖਦੇ ਹੋ ਪ੍ਰਮਾਤਮਾ ਦਾ ਰੂਪ ਹੈ। ਉਹ ਫਿਰ ਨੇਤਰ, ਉਹ ਅੱਖਾਂ ਜਿਹੜੀਆਂ ਨਾ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਹੋ ਜਾਂਦੀਆਂ ਨੇ, ਜਿਹੜੀਆਂ ਕਿ ਪ੍ਰਮਾਤਮਾ ਦਾ ਦਰਸ਼ਨ ਹਰ ਵਸਤੂ ਦੇ ਵਿੱਚੋਂ ਕਰਦੀਆਂ ਨੇ। ਸੇ ਜਨ ਭਲੇ ਜਿਨੇ ਹਰ ਜਸ ਲੇਖਾ, ਸੇ ਕਰ ਭਲੇ ਜਿਨ ਹਰ ਜਸ ਲੇਖਾ। ਉਹ ਹੱਥ ਬਹੁਤ ਭਲੇ ਨੇ, ਬੜੇ ਪਵਿੱਤਰ ਨੇ, ਜਿਹੜੇ ਉਹ ਪ੍ਰੀਤਮ ਵਾਹਿਗੁਰੂ ਦੀ ਸਿਫਤ ਸਲਾਹ ਲਿਖਦੇ ਹਨ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿਨ ਸੰਗ ਪਛਾਣਾ ਜੀਓ। ਉਹ ਜਿਹੜੇ ਚਰਨ ਨੇ ਉਹ ਵੀ ਸੁਹਾਵੇ ਨੇ, ਸੋਹਣੇ ਨੇ, ਜਿਹੜੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ ਉਹ ਮਾਰਗ ਤੇ, ਜਿਹੜਾ ਮਾਰਗ ਸਾਨੂੰ ਇਹ ਜੀਵਨ ਦੀ ਬਾਜੀ ਜਿੱਤਣ ਵਾਸਤੇ, ਜਨਮ ਮਰਨ ਖਤਮ ਕਰਨ ਵਾਸਤੇ ਜਿਹੜੇ ਮਾਰਗ ਬਖਸ਼ਿਸ਼ ਕੀਤਾ ਸਤਿਗੁਰਾਂ ਨੇ, ਉਹਦੇ ਉੱਤੇ ਚੱਲਦੇ ਨੇ। ਹਉ ਬਲ ਤਿਨ ਸੰਗ ਪਛਾਣਾ ਜੀਓ। हे ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਮੇਰੇ ਤੇ ਕਿਰਪਾ ਕਰੋ, ਮੇਰੀ ਸਾਂਝ ਇਸ ਤਰ੍ਹਾਂ ਦੇ ਗੁਰਮੁਖ ਪਿਆਰਿਆਂ ਦੇ ਨਾਲ ਪੈ ਜਾਵੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਸਾਂਝ ਪਾਈ ਹੋਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ। ਇਹ ਮੇਰੇ ਮਿੱਤਰ ਦਾ, ਮੇਰੇ ਪਿਆਰੇ, ਮੇਰੇ ਸੱਜਣਾ, ਮੇਰੀ ਇੱਕ ਬੇਨਤੀ ਸੁਣ। ਵਾਹ, ਮਾਲਕ ਨੇ ਕਿਹੜੇ ਰੂਪ ਦੇ ਵਿੱਚ ਕਿਹਾ। ਜਿਸ ਵੇਲੇ ਮਹਾਰਾਜ ਕਹਿੰਦੇ ਕਾਨੜਾ ਰਾਗ ਦੇ ਵਿੱਚ ਕਹਿੰਦੇ ਨੇ, ਕਾਨੜਾ ਮਹੱਲਾ ਪੰਜਵਾ, ਜਨ ਕੋ ਪ੍ਰਭ ਸੰਗੇ ਅਸਨੇਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੋ ਹੋਏ, ਮਾਨ ਮੰਗੂ ਤਾਨ ਮੰਗੂ ਧਨ ਲੱਖ ਵੀ ਸੁਤ ਦੇ। ਦੇਖੋ, ਸਾਜਨੋ ਤੂੰ ਮੀਤ ਮੇਰਾ, ਜਦੋਂ ਜੀਵ ਜਨ ਬਣ ਗਿਆ ਉਸ ਵੇਲੇ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਉਹਦਾ ਮਿੱਤਰ ਬਣ ਜਾਂਦੇ ਨੇ। ਹੁਣ ਮਿੱਤਰ ਦੇ ਉੱਤੇ ਜਿਹੜਾ ਸੱਚਾ ਮਿੱਤਰ ਹੁੰਦਾ ਉਹਦੇ ਉੱਤੇ ਆਪਾਂ ਬੜਾ ਕੁਝ ਕੁਰਬਾਨ ਕਰ ਦਿੰਦੇ ਆ, ਤੇ ਸਤਿਗੁਰੂ ਨੇ ਤਾਂ ਸਭ ਕੁਝ ਹੀ ਕੁਰਬਾਨ ਕਰ ਦਿੱਤਾ। ਤਾਂ ਹੀ ਕਹਿੰਦੇ ਨੇ ਵੀ ਹੇ ਮੇਰੇ ਸੱਜਣਾ, ਹੇ ਮੇਰੇ ਮਿੱਤਰਾ, ਮੇਰੀ ਇੱਕ ਅਰਦਾਸ ਬੇਨਤੀ ਸੁਣ। ਸਾਧ ਸੰਗ ਖਿਨਮਾਹੇ ਦਾਰੇ, ਮੈਨੂੰ ਉਸ ਤਰ੍ਹਾਂ ਦੀ ਸੰਗਤ ਬਖਸ਼ਿਸ਼ ਕਰ, ਉਸ ਸੰਗਤ ਦੇ ਵਿੱਚ ਬਿਠਾ ਜਿਹਦੇ ਵਿੱਚ ਮੈਂ ਨਾਮ ਜਪ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਮੇਰੇ ਅੰਦਰ ਪਾਪਾਂ ਵਾਲੇ ਵਿਕਾਰਾਂ ਵਾਲੇ ਤੱਤ ਨੇ ਉਹ ਸਾਰੇ ਇੱਕਦਮ ਖਤਮ ਹੋ ਜਾਵਣ। ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਕਿਲ ਵਿਖ ਸਾਰੇ ਪਾਪ ਖਤਮ ਹੋ ਗਏ। ਕਿਲ ਵਿਖ ਕਹਿੰਦੇ ਨੇ ਪਾਪਾਂ ਨੂੰ, ਜਾਂ ਪਾਪਾਂ ਵਾਲੇ ਤੱਤ ਜਿਹੜੇ ਨੇ ਉਹਨਾਂ ਨੂੰ ਕਿਹਾ ਮਹਾਰਾਜ ਨੇ। ਇਹ ਕਹਿੰਦੇ ਸਾਰੇ ਖਤਮ ਹੋ ਗਏ, ਮਨ ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ ਨਾ, ਪਵਿੱਤਰ ਹੋ ਗਿਆ, ਮਿਟ ਗਿਆ ਆਵੜ ਜਾਣਾ ਜੀਓ। ਇਸ ਸੰਸਾਰ ਦੇ ਉੱਤੇ ਭਟਕਣਾ ਤੇ ਜਨਮ ਮਰਨ ਦੀ ਮੇਰੀ ਤੇਰੀ ਕਿਰਪਾ ਦੇ ਨਾਲ ਖਤਮ ਹੋ ਜਾਂਦੀ ਹੈ। ਦੋਏ ਕਰ ਜੋੜ ਇੱਕ ਬਿਨੋ ਕਰੀਜੈ, ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਆਪਾਂ ਵੀ ਅਰਦਾਸ ਕਰੀਏ ਨਿਰੰਕਾਰ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ। ਸਤਿਗੁਰ ਕਹਿੰਦੇ ਨੇ ਦੋਏ ਕਰ ਜੋੜ ਇੱਕ ਬਿਨੋ ਕਰੀਜੈ, ਮੈਂ
ਦੋਨੋਂ ਹੱਥ ਜੋੜ ਕੇ ਜਨ ਬਣ ਕੇ ਤੇਰੇ ਚਰਨਾਂ ਦੇ ਵਿੱਚ ਬੈਠ ਗਿਆ ਹਾਂ। ਮੇਰੀ ਹੁਣ ਇਸ ਅਰਦਾਸ ਨੂੰ ਸਵੀਕਾਰ ਕਰੋ ਨਿਰੰਕਾਰ ਸੱਚੇ ਪਾਤਸ਼ਾਹ ਜੀ। ਕਰ ਕਿਰਪਾ ਡੁੱਬਦਾ ਪੱਤਰ ਲਈ ਜੇ ਮੇਰੇ ਵਰਗਾ ਵਿਕਾਰੀ ਦੁਸ਼ਟ ਕਾਮੀ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ ਹੈ। ਮੈਂ ਤਾਂ ਪੱਥਰ ਹਾਂ, ਵੱਡਾ ਪੱਥਰ। ਸਤਿਗੁਰ ਜਿਹੜਾ ਕਿ ਇੱਕਦਮ ਕਿ ਉੱਤੇ ਗਿਆਨ ਦਾ ਵੀ ਅਸਰ ਨਹੀਂ ਹੁੰਦਾ, ਮੇਰੇ ਵਰਗੇ ਕਠੋਰ ਚਿੱਤ ਵਾਲੇ ਜੀਵ ਨੂੰ ਡੁੱਬਦੇ ਨੂੰ ਹੱਥ ਕਰ ਦੇ ਕੇ ਰੱਖ ਲਵੋ। ਨਾਨਕ ਕਉ ਪ੍ਰਭ ਪੈ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਨਿਰੰਕਾਰ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਅੰਦਰੋਂ ਕੂਕਾਂ ਨਿਕਲਦੀਆਂ ਨੇ ਨਾ, ਅੰਦਰੋਂ ਆਵਾਜ਼ਾਂ ਨਿਕਲਦੀਆਂ ਨੇ, ਜਿਸ ਲਈ ਅਸੀਂ ਉਹ ਅਰਦਾਸਾਂ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਫਿਰ ਸਤਿਗੁਰ ਨਿਰੰਕਾਰ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਕੇ ਉਹ ਕਿਰਪਾ ਕਰ ਦਿੰਦੇ ਨੇ, ਮਿਹਰ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ। ਪ੍ਰਭ ਨਾਨਕ ਮਨ ਭਾਣਾ ਜੀਓ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਸੋਹਣੇ ਲੱਗਣ ਲੱਗ ਪੈਂਦੇ ਨੇ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਸਵੀਕਾਰ ਕਰ ਲੈਣੀ ਔਰ ਕੋਸ਼ਿਸ਼ ਕਰ ਰਹੇ ਹਾਂ ਇਹ ਕਿ ਆਪ ਜੀ ਦੀ ਉੱਚੀ ਸੁੱਚੀ ਸੇਵਾ ਕਰਦੇ ਜਾਈਏ। ਇਸ ਦੇ ਵਿੱਚ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਾਉਂਦਾ, ਨਿਰੰਕਾਰ ਬਖਸ਼ਾਉਂਦਾ, ਕਿਰਪਾ ਕਰਕੇ ਬਖਸ਼ ਲੈਣਾ। ਕਿਤੇ ਕਿਤੇ ਮਨ ਇਹ ਵੀ ਕਰਦਾ ਹੁੰਦਾ ਵੀ ਜਿਨ੍ਹਾਂ ਨੇ ਇੱਥੇ ਇਹ ਸਭ ਕੁਝ ਪ੍ਰਾਪਤ ਕੀਤਾ, ਜਿਨ੍ਹਾਂ ਨੇ ਇੱਥੋਂ ਮੋਖ ਦਾ ਦਰਵਾਜ਼ਾ ਹਾਸਲ ਕਰ ਲਿਆ, ਭਾਵੇਂ ਕਿਸੇ ਧਰਮ ਦੇ ਨਾਲ ਵੀ ਉਹ ਸੰਬੰਧਿਤ ਨੇ, ਉਹਨਾਂ ਦੀ ਵੀ ਵਡਿਆਈ ਕਰੀਏ। ਕੋਸ਼ਿਸ਼ ਕਰਾਂਗੇ ਕਿ ਕਿਤੇ ਛੋਟਾ ਉਹਨਾਂ ਦਾ ਵੀ ਵਿਚਾਰ ਦੇ ਕੇ ਆਪ ਜੀ ਦੇ ਮਨ ਨੂੰ ਹੋਰ ਅਸੀਂ ਪਿਆਰ ਸਤਿਕਾਰ ਜਗਾਉਣ ਵਾਸਤੇ ਬੇਨਤੀਆਂ ਕਰ ਸਕੀਏ। ਅੱਜ ਦੀ ਸੇਵਾ ਦੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਨਿਰੰਕਾਰ ਵਾਹਿਗੁਰੂ ਕਰੇ। ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ ਗੁਰੂ ਕੇ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।